श्री अकाल जी, मैं डॉक्टर जसकਰਨ ਸਿੰਘ ਸੰਧਵਾਂ। ਤੁਸੀਂ ਦੇਖ ਰਹੇ ਹੋ ਨਿਰਭੈ ਸੱਚ ਚੈਨਲ। ਪਿੰਡ ਦੀਪ ਸਿੰਘ ਵਾਲਾ ਵਿਖੇ ਕਾਂਗਰਸੀ ਆਗੂ ਕੁਸ਼ਲਦੀਪ ਸਿੰਘ ਢਿੱਲੋਂ ਦੀ ਕਿਸਾਨਾਂ ਨਾਲ ਗੱਲਬਾਤ ਹੋਈ। ਵਿਖਾਉਂਦੇ ਹਾਂ ਤੁਹਾਨੂੰ ਉੱਥੋਂ ਦੀਆਂ ਪਿੰਡ ਦੀਪ ਸਿੰਘ ਵਾਲੇ ਦੀਆਂ ਤਸਵੀਰਾਂ। ਇਸ ਕਰਕੇ ਪਹਿਲਾਂ ਤਾਂ ਅਸੀਂ ਇਹ ਚਾਹੁੰਦੇ ਕਿ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਅੱਜ ਤੁਸੀਂ ਆਏ ਹੋ ਸਾਡੇ ਦਰਮਿਆਨ ਕਿ ਚੋਣ ਕਮਿਸ਼ਨ ਨੂੰ ਇਹ ਐਪਲੀਕੇਸ਼ਨ ਲਿਖਣੀ ਚਾਹੀਦੀ, ਅਰਜੀ ਲਿਖਣੀ ਚਾਹੀਦੀ ਹੈ ਕਿ ਪੰਜਾਬ ਦੇ ਵਿੱਚ ਜਿਹੜੀਆਂ ਇਲੈਕਸ਼ਨ ਨੇ ਉਹ ਡੈਫਰ ਕੀਤੀ ਜਾਵੇ। ਜਿੰਨਾ ਸਮਾਂ ਦਿੱਲੀ ਮੋਰਚਾ ਚੱਲਦਾ ਪੰਜਾਬ ਦੇ ਚੋਣਾਂ ਜਿਹੜੀਆਂ ਉਹ ਨਹੀਂ ਹੋਣੀਆਂ ਚਾਹੀਦੀਆਂ। ਦੂਸਰਾ, ਬਤੌਰ ਇੱਕ ਸਿਆਸੀ ਪਾਰਟੀ ਦੇ ਔਰ ਸੱਤਾ ਧਿਰ ਦੇ ਨਾਲ ਹੁੰਦਿਆਂ ਸਾਡੇ ਕੋਈ ਸਵਾਲ ਨੇ। ਜਦੋਂ ਦਮਦਮਾ ਸਾਹਿਬ ਕੈਪਟਨ ਸਾਹਿਬ ਨੇ ਸਹੁੰ ਖਾਧੀ ਸੀ ਕਿ ਪੰਜਾਬ ਦੀ ਕਿਸਾਨੀ ਦਾ ਸਾਰਾ ਕਰਜ਼ਾ ਬੈਂਕਾਂ ਦਾ, ਆੜਤੀਆਂ ਦਾ, ਸੁਸਾਇਟੀਆਂ ਦਾ ਮਾਫ ਕਰਾਂਗੇ। ਪੰਜਾਬ ਦੀ ਕਿਸਾਨੀ ਸਿਰ ਉਦੋਂ 90,000 ਕਰੋੜ ਕਰਜ਼ਾ ਸੀਗਾ ਔਰ ਹੋਇਆ ਕਿ ਊਠ ਤੋਂ ਛਾਨਣੀ ਲਾਉਣ ਵਾਲਾ ਕੰਮ ਹੋਇਆ ਔਰ ਅੱਜ 1 ਲੱਖ ਕਰੋੜ ਤੋਂ ਉੱਪਰ ਕਰਜ਼ਾ ਹੋ ਚੁੱਕਾ। ਕੀ ਤੁਸੀਂ ਉਹਨੂੰ ਆਪਣੀ ਸਰਕਾਰ ਦੀ ਅਸਫਲਤਾ ਮੰਨਦੇ ਹੋ ਜਾਂ ਕੋਈ ਪ੍ਰਾਪਤੀ ਮੰਨਦੇ ਹੋ? ਕੱਲਾ ਸਵਾਲ ਕਰੀਏ, ਇਕੱਠੇ ਕਰੀਏ? ਨਹੀਂ, ਤੂੰ ਇਕੱਠੇ ਕਰ ਦੇ, ਮੈਂ ਇਕੱਠੇ ਸਾਰਾ ਜਵਾਬ ਦੇ ਦੂੰ। ਠੀਕ ਹੈ। ਦੂਸਰਾ, ਇਹ ਕਿਹਾ ਸੀ ਵੀ ਘਰ ਘਰ ਨੌਕਰੀ ਦੇਵਾਂਗੇ। ਮੁੱਖ ਮੰਤਰੀ ਸਾਹਿਬ ਦੇ ਸ਼ਹਿਰ 'ਚ ਹਰ ਰੋਜ਼ ਬੇਰੁਜ਼ਗਾਰਾਂ ਦੀਆਂ ਪੱਗਾਂ ਤੇ ਚੁੰਨੀਆਂ ਲੈਂਦੀਆਂ ਨੇ। ਜਿਹੜੀਆਂ ਨੌਕਰੀਆਂ ਦਿੱਤੀਆਂ ਉਹ ਸਾਰੀਆਂ ਕੋਈ 5,000 ਵਾਲੀਆਂ, ਕੋਈ 8,000 ਵਾਲੀਆਂ। ਜੇ ਵਿਧਾਇਕ ਤੇ ਮੁੱਖ ਮੰਤਰੀ ਮੋਟੀ ਤਨਖਾਹ ਲੈ ਸਕਦੇ ਆ ਤੇ ਜਿਹੜੇ ਲੋਕਾਂ ਨੇ ਇੱਥੇ ਆਪਣੀ ਰੋਜੀ ਰੋਟੀ ਕਮਾਉਣੀ ਹੈਗੀ ਉਹਨਾਂ ਨੂੰ ਸਰਕਾਰੀ ਨੌਕਰੀ ਕਿਉਂ ਨਹੀਂ ਮਿਲ ਸਕਦੀ? ਔਰ ਤੀਸਰਾ, ਕੈਪਟਨ ਸਾਹਿਬ ਨੇ ਇਹ ਕਿਹਾ ਸੀ ਕਿ 4 ਹਫ਼ਤਿਆਂ ਦੇ ਵਿੱਚ ਪੰਜਾਬ 'ਚ ਜਿਹੜਾ ਨਸ਼ਾ ਖਤਮ ਕਰਾਂਗੇ, ਪਰ ਨਸ਼ਾ ਰੁਕਿਆ ਨਹੀਂ ਹੈ। ਨਸ਼ਾ ਉਸੇ ਤਰ੍ਹਾਂ ਚੱਲ ਰਿਹਾ, ਉਸੇ ਤਰ੍ਹਾਂ ਲੋਕਾਂ ਦੇ ਜਿਹੜੇ ਜਵਾਨ ਪੁੱਤਾਂ ਦੀ ਜਿਹੜੀ ਹੈਗੀ ਆ ਉਹ ਮੌਤ ਆ ਉਹ ਹੋ ਰਹੀ ਹੈਗੀ। ਇਸ ਤੋਂ ਇਲਾਵਾ ਜਿਹੜੇ ਖੇਤੀ ਕਾਨੂੰਨ ਆਏ, ਕਾਂਗਰਸ ਪਾਰਟੀ ਦੇ ਮੈਨੀਫੈਸਟੋ 'ਚ ਆ ਕਿ ਅਸੀਂ APMC ਐਕਟ ਜਿਹੜਾ ਉਹ ਖਤਮ ਕਰਾਂਗੇ। ਇੱਕ ਪਾਸੇ ਤਾਂ ਆਪਾਂ ਕਹਿੰਦੇ ਅਸੀਂ ਮੋਦੀ ਸਰਕਾਰ ਦੇ ਕਾਨੂੰਨਾਂ ਦੀ ਵਿਰੋਧਤਾ ਕਰਦੇ ਹਾਂ, ਦੂਜੇ ਪਾਸੇ ਕਾਂਗਰਸ ਪਾਰਟੀ ਮੈਨੀਫੈਸਟੋ 'ਚ ਲੈ ਕੇ ਆਉਂਦੀ ਹੈ ਕਿ APMC ਐਕਟ ਸੀ ਜਿਹੜਾ ਖਤਮ ਕਰਾਂਗੇ, ਜਿਹਦੇ ਤਹਿਤ ਸਾਰੀਆਂ ਇਹ ਸਾਡੀਆਂ ਸਰਕਾਰੀ ਮੰਡੀਆਂ ਜਿਹੜੀਆਂ ਨੇ ਉਹ ਚੱਲਦੀਆਂ ਨੇ। ਉਸ ਤੋਂ ਬਾਅਦ ਖੇਤੀ ਕਾਨੂੰਨ ਆ ਗਏ। ਪਿਛਲੇ ਸਾਲ ਵੀ ਅਸੀਂ ਤੁਹਾਨੂੰ ਜਿਹੜਾ ਮਿਲੇ ਸੀ ਕਿ ਵੀ ਵਿਧਾਨ ਸਭਾ 'ਚ ਮਤਾ ਪਾਓ। ਮਤਾ ਜਿਹੜਾ ਤੁਹਾਡੀ ਸਰਕਾਰ ਨੇ ਪਾਇਆ ਉਹ ਸੋਧਾਂ ਦਾ ਪਾਇਆ, ਖੇਤੀ ਕਾਨੂੰਨ ਰੱਦ ਕਰਨ ਦਾ ਜਿਹੜਾ ਮਤਾ ਹੈਗਾ ਉਹ ਨਹੀਂ ਪਾਇਆ। ਇਸੇ ਤਰੀਕੇ ਨਾਲ ਕਿਸਾਨਾਂ ਨੂੰ ਤੰਗ ਕਰਨ ਦੇ ਲਈ ਜਿਹੜਾ ਪੰਜਾਬ ਸਰਕਾਰ ਨੇ ਇਹ ਕਰਤਾ ਕਿ ਫਰਦਾਂ ਜਮ੍ਹਾਂ ਕਰਾਓ। ਹੁਣ ਬਹੁਤ ਸਾਰੇ ਸਾਡੇ NRI ਵੀਰ ਆ, ਬਹੁਤ ਸਾਰੇ ਲੋਕਾਂ ਨੇ ਜ਼ਮੀਨ ਠੇਕੇ 'ਤੇ ਲਈ ਹੋਈ ਆ, ਬਹੁਤ ਸਾਰਿਆਂ ਦੇ ਜਿਹੜੇ ਹੈਗੇ ਤਕਸੀਮ ਦੇ ਕੇਸ ਚੱਲਦੇ ਪਏ ਆ ਵੀ ਜਿਹੜਾ ਫਰਦ ਜਮ੍ਹਾਂ ਕਰਾਊਗਾ ਉਹਦੀ ਜਿਹੜੀ ਫਸਲ ਹੈਗੀ ਆ ਖਰੀਦੀ ਜਾਊਗੀ। ਇਹ ਕਿਸਾਨਾਂ ਨੂੰ ਹਰਾਸ ਕਰਨ ਵਾਲਾ ਜਿਹੜਾ ਹੈਗਾ ਉਹ ਕੰਮ ਆ। ਜੇ ਆਪਾਂ ਹੋਰ ਗੱਲਾਂ ਕਰ ਲਈਏ ਕਿ ਨਿੱਜੀਕਰਨ ਦੀ ਨੀਤੀ ਦੇ ਤਹਿਤ ਆਪਾਂ ਰੱਖੀਏ ਕਿਸਾਨੀ ਤੇ ਹੀ ਗੱਲ। ਦੇਖੋ, ਮੇਰੀ ਇੱਕ ਬੇਨਤੀ ਹੈ, ਮੈਂ ਕਰ ਲਾਂ ਹੁਣ? ਹਾਂਜੀ ਕਰੋ। ਦੇਖੋ, ਮੇਰੀ ਬੇਨਤੀ ਆ, ਦੇਖੋ ਜਿਹੜੀ ਕਿਸਾਨੀ ਦੀ ਗੱਲ, ਦੇਖੋ ਆਪਾਂ ਸਾਰੇ ਜ਼ਿਮੀਦਾਰ ਹਾਂ, ਕਿਸਾਨਾਂ ਦੇ ਮੁੰਡੇ ਹਾਂ। ਤੁਸੀਂ ਵੀ ਖੇਤੀ ਕਰਦੇ ਹੋ, ਅਸੀਂ ਵੀ ਖੇਤੀ ਕਰਦੇ ਹਾਂ, ਠੀਕ ਹੈ। ਉਹਦੇ ਵਿੱਚ ਤੁਸੀਂ ਸ਼ੁਰੂ ਗੱਲ ਕੀਤੀ ਕਿ ਸਿਆਸੀ ਸਰਗਰਮੀਆਂ ਬੰਦ ਕਰੋ। ਪਹਿਲੀ ਗੱਲ ਤਾਂ ਮੈਂ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਅੱਜ ਮੈਂ ਕੋਈ ਸਿਆਸੀ ਸਰਗਰਮੀ ਨਹੀਂ ਕਰਨਾ ਆਇਆ। ਦੇਖੋ, ਸਿਆਸੀ ਸਰਗਰਮੀ ਹੁੰਦੀ ਹੈ ਜੇ ਆਪਾਂ ਇਕੱਠ ਕਰਕੇ ਸਟੇਜ ਲਾ ਕੇ ਮੈਂ ਆਪਦੀ ਪਾਰਟੀ ਦੀ ਗੱਲ ਕਰਾਂ ਜਾਂ ਕੋਈ ਇਹੋ ਜਿਹੀ ਗੱਲ ਕਰਾਂ। ਅੱਜ ਭਰਾਵਾ ਮੈਂ ਤਾਂ ਸਿਰਫ ਕਿਸਾਨਾਂ ਵਾਸਤੇ ਆਇਆ, ਕਿਸਾਨਾਂ ਦਾ ਫਾਇਦਾ ਕਰਨਾ ਹੈ। ਕੋਈ ਦੇਖੋ, ਠਾੜ ਇਲਾਕੇ ਦੀ ਸਭ ਤੋਂ ਵੱਡੀ ਮੁਸ਼ਕਲ ਹੈ ਉਹ ਹੈਗੀ ਆ ਨਹਿਰੀ ਪਾਣੀ ਦੀ। ਆਪਣੇ ਇਲਾਕੇ ਦੀ ਸਭ ਤੋਂ ਮੁਸ਼ਕਲ ਵੱਡੀ ਨਹਿਰੀ ਪਾਣੀ ਦੀ। 44 ਤੁਹਾਡਾ ਆਪਦਾ ਪਿੰਡ ਆ ਦੀਪ ਸਿੰਘ ਵਾਲਾ, ਤੁਹਾਨੂੰ ਮੇਰੇ ਨਾਲ ਵੱਧ ਪਤਾ, ਕੁਛ ਮੈਨੂੰ ਵੀ ਪਤਾ। 4400 ਏਕੜ ਜ਼ਮੀਨ ਆ ਤੁਹਾਡੇ ਪਿੰਡ ਦੀ, ਠੀਕ ਹੈ। ਕਰੀਬਨ 3000 ਏਕੜ ਜ਼ਮੀਨ ਨੂੰ ਅਸੀਂ ਸੋਇਲ ਕੰਜ਼ਰਵੇਸ਼ਨ ਵੱਲੋਂ ਅੰਡਰਗਰਾਊਂਡ ਪਾਈਪਲਾਈਨ ਪਾਈ ਹੈ ਕਿਸਾਨਾਂ ਵਾਸਤੇ। ਉਹਦੇ ਵਿੱਚ ਮੈਂ ਸਮਝਦਾ ਬੜੇ ਇੱਥੇ ਨੌਜਵਾਨ ਖੜੇ ਹੋਣਗੇ ਜਿਨ੍ਹਾਂ ਦੇ ਵਿੱਚ ਰਕਬਾ ਆਇਆ ਹੋਊਗਾ, ਠੀਕ ਹੈ, ਕਿਉਂਕਿ ਅਸੀਂ ਤਾਂ ਕੋਈ ਪੱਖਪਾਤ ਨਹੀਂ ਕੀਤਾ, ਮੋਗੇ ਵਾਈਜ਼ ਹੀ ਪਾਈਆਂ। ਇੱਕ ਮੋਗਾ ਲੈ ਲਿਆ, ਸਾਰਾ ਮੋਗਾ ਕੰਪਲੀਟ ਕਰਤਾ। ਇੱਕ ਮੋਗਾ ਲੈ ਲਿਆ, ਸਾਰਾ ਮੋਗਾ ਕੰਪਲੀਟ ਕਰਤਾ। ਉਹਦੇ 'ਚ ਕਰੀਬਨ 3000 ਏਕੜ ਹੁਣ ਤਾਈਂ ਅਸੀਂ ਤੁਹਾਡੇ ਪਿੰਡ ਵਿੱਚ ਸੋਇਲ ਕੰਜ਼ਰਵੇਸ਼ਨ ਦੀ ਪਾਈਪਲਾਈਨ ਕਿਸਾਨਾਂ ਵਾਸਤੇ ਪਾ ਚੁੱਕੇ ਹਾਂ, ਜਿਹਦੇ ਤੇ 90% ਸਬਸਿਡੀ ਹੈ। ਉਹਦੇ ਵਿੱਚ ਉਹ ਜਿਹੜੀ ਪਾਈਪਲਾਈਨ ਹੈ ਉਹਦੇ ਵਿੱਚ ਕਰੀਬਨ ਤੁਸੀਂ ਦੇਖ ਲਓ ਇਕੱਲਾ ਦੀਪ ਸਿੰਘ ਵਾਲਾ ਪਿੰਡ ਹੈ ਜਿੱਥੇ 75% ਰਕਬਾ ਕਵਰ ਅਸੀਂ ਕਰ ਚੁੱਕੇ ਹਾਂ। ਅੱਜ ਵੀ ਜਿਹੜਾ ਮੈਂ ਆਇਆ, ਅੱਜ ਤੁਹਾਡੇ ਇੱਥੇ ਕਿਸਾਨਾਂ ਦੀ ਬੜੀ ਵੱਡੀ ਮੁਸ਼ਕਲ ਹੈ। ਇੱਕ ਮੋਗਾ ਇਹੋ ਜਿਹਾ ਹੈ ਜਿਸ 'ਚ 250 ਏਕੜ ਜ਼ਮੀਨ ਹੈ ਜਿਹਦੇ 'ਚ ਖਾਲੇ ਬਗੈਰ ਉਹਨਾਂ ਦਾ ਸਰਦਾ ਨਹੀਂਗਾ। ਮੈਂ ਤਾਂ ਸਿਰਫ ਉਹਨਾਂ ਨੇ ਆਪਦੇ ਘਰੇ ਪ੍ਰੋਗਰਾਮ ਰੱਖਿਆ ਸੀ, ਉਹਨਾਂ ਦੇ ਘਰੇ ਚੱਲਿਆ, ਸਿਰਫ ਉਹਨਾਂ ਦੀ ਖਾਲੇ 'ਚ ਮਦਦ ਕਰਨ ਵਾਸਤੇ ਚੱਲਿਆ। ਉਹ ਕਿਸਾਨੀ ਦਾ ਕੰਮ ਹੈ। ਉਹ 250 ਏਕੜ ਵਿਚਾਰਾਂ ਦਾ ਬੇਅਰਬਾਦ ਹੋਇਆ, ਬੜੇ ਔਖੇ ਆ। ਉਹ ਤੁਹਾਨੂੰ ਪਤਾ ਹੀ ਤੁਹਾਡੇ ਪਿੰਡ ਦੀ ਰਕਬਾ ਹੈ। ਪਹਿਲੇ ਤਾਂ ਮੇਰਾ ਭਰਾ, ਅੱਜ ਮੈਂ ਕੋਈ ਸਿਆਸੀ ਸਰਗਰਮੀ ਨਹੀਂ ਹੈ,
ਘਰਾਂ ਦੇ ਉਹਨਾਂ ਦੇ ਪ੍ਰੋਗਰਾਮ ਘਰਾਂ 'ਚ ਜਾਣਾ ਹੈ, ਉਹਨਾਂ ਦੀ ਮੁਸ਼ਕਲ ਹੈ, ਕਿਸਾਨ ਵੀਰ ਹੈ, ਕਿਸਾਨਾਂ ਦਾ ਹੀ ਕੰਮ ਕਰਨਾ ਹੈ। ਸੋ ਇਸ ਕਰਕੇ ਮੈਂ ਇਸ ਮਸਲੇ 'ਚ ਕੋਈ ਵੋਟਾਂ ਮੰਗਣ ਨਹੀਂ ਆਇਆ ਜਾਂ ਕੋਈ ਮੈਂ ਸਿਆਸੀ ਸਟੇਜ ਨਹੀਂ ਲਾਉਣਾ ਹੈ, ਕੋਈ ਮੈਂ ਲੈਕਚਰ ਨਹੀਂ ਦੇਣਾ ਕਿਤੇ। ਦੂਜੀ ਬੇਨਤੀ, ਦੇਖੋ ਬਹੁਤ ਚੰਗੀ ਗੱਲ ਹੈ, ਦੇਖੋ ਜਿਹੜਾ ਸੰਘਰਸ਼ ਹੈ ਇਹ ਸੰਘਰਸ਼ ਵਿੱਚ ਸੰਯੁਕਤ ਕਿਸਾਨ ਮੋਰਚੇ ਨੇ ਪਹਿਲੇ ਦਿਨ ਇਹ ਕਿਹਾ ਸੀ ਕਿ ਬਈ ਕੋਈ ਸਿਆਸੀ ਲੀਡਰ ਉੱਥੇ ਨਾ ਆਵੇ। ਅਸੀਂ ਉੱਥੇ ਨਹੀਂ ਗਏ, ਪਰ ਅਸੀਂ ਜੋ ਮਦਦ ਕਰ ਸਕੇ, ਦੇਖੋ ਮੈਂ ਜਾਤੀ ਤੌਰ ਤੇ ਮੈਂ ਵੀ ਜ਼ਿਮੀਂਦਾਰ ਹਾਂ, ਮੈਂ ਚਾਹੁੰਦਾ ਸੀ ਕਿ ਆਪਾਂ ਤਗੜੇ ਹੋ ਕੇ ਲੜਾਈ ਲੜੀਏ। ਇੱਥੋਂ ਮੈਂ ਆਪਦੇ ਜਾਤੀ ਖਰਚੇ 'ਚੋਂ ਬੱਸ ਲਾਈ ਜਿਹੜੀ ਰੋਜ਼ ਕਿਸਾਨਾਂ ਨੂੰ ਲੈ ਕੇ ਜਾਂਦੀ ਸੀ, ਲੈ ਕੇ ਆਉਂਦੀ ਸੀ ਫਰੀਦਕੋਟ ਲੱਗ ਕੇ ਦਿਆਂ। ਮੈਂ ਇਹ ਨਹੀਂ ਕਹਿੰਦਾ, ਇਹ ਸਾਰਿਆਂ ਨੇ ਤਿਲ ਪਾਇਆ, ਤੁਸੀਂ ਬਹੁਤ ਹਿੰਮਤ ਕੀਤੀ, ਸ਼ਾਬਾਸ਼ ਤੁਹਾਡੇ, ਅਸੀਂ ਤੁਹਾਡੇ ਧੰਨਵਾਦੀ ਹਾਂ। ਸਾਰੇ ਪਿੰਡ ਵਾਲਿਆਂ ਨੇ ਬਹੁਤ ਹਿੰਮਤ ਕੀਤੀ, ਇਲਾਕੇ ਵਾਲਿਆਂ ਨੇ ਬਹੁਤ ਹਿੰਮਤ ਕੀਤੀ, ਅਸੀਂ ਵੀ ਤਿਲ ਫੁੱਲ ਸਾਰਿਆਂ ਨੇ ਪਾਇਆ। ਆਪਾਂ ਇਹ ਲੜਾਈ ਲੜੀ ਕਿਉਂਕਿ ਆਪਣੀ ਸਾਂਝੀ ਲੜਾਈ ਹੈ, ਸਾਰੇ ਭਰਾਵਾਂ ਦੀ ਸਾਂਝੀ ਲੜਾਈ ਹੈ ਸਾਰਿਆਂ ਦੀ। ਹੁਣ ਇਹਦੇ ਵਿੱਚ ਭਰਾ ਮੇਰਾ ਜਿਹੜੀ ਹੁਣ ਜਿਵੇਂ ਮੁਸ਼ਕਲ ਹੈ, ਤੁਸੀਂ ਫਰਦਾਂ ਵਾਲੀ ਅੱਜ ਗੱਲ ਕੀਤੀ ਹੈ, ਤੁਹਾਨੂੰ ਵੀ ਪਤਾ ਹੈ ਕਿ ਮਜਬੂਰੀ ਹੈ, ਇਹ ਸਭ ਦਿੱਲੀ ਹੈ, ਇਹ ਸ਼ਰਤਾਂ ਸਭ ਦਿੱਲੀ ਦੀਆਂ। ਦੇਖੋ ਸਾਡੇ ਵੱਸ ਕੀ ਸੀ, ਸਾਡੀ ਸਰਕਾਰ ਦੇ ਵੱਸ ਜਿੰਨੀ ਦੇਰ ਇੱਥੇ ਸੰਘਰਸ਼ ਰਿਹਾ ਪੰਜਾਬ 'ਚ, ਕਿਸੇ ਬੰਦੇ ਨੂੰ ਉਹੀ ਵੀ ਨਹੀਂ ਕਹੀ, ਕੋਈ ਬੰਦਾ ਕਹਿ ਦੇ ਕਿਸੇ ਬੰਦੇ ਨੂੰ ਉਹੀ ਕਹੀ ਹੋਵੇ ਮਹੀਨਾ। ਹਰੇਕ ਪਾਸਿਓਂ ਅਸੀਂ ਸੰਘਰਸ਼ ਦੀ ਮਦਦ ਕੀਤੀ ਕਿਉਂਕਿ ਅਸੀਂ ਸਮਝਦੇ ਹਾਂ ਜੈਨੂਇਨ ਸੰਘਰਸ਼। ਪਰ ਇਹਦੇ ਵਿੱਚ ਤੁਸੀਂ ਵੀ ਸਿਆਣੇ ਬੰਦੇ ਹੋ, ਪੜ੍ਹੇ ਲਿਖੇ ਹੋ, ਤੁਹਾਨੂੰ ਪਤਾ ਹੈ ਕਿ ਸਾਡੇ ਹੱਥ ਬਹੁਤ ਵੱਜੇ ਹੋਏ ਆ ਕਿਉਂਕਿ ਮੈਜੋਰਿਟੀ ਕੰਮ ਸਾਰਾ ਸੈਂਟਰ ਸਰਕਾਰ ਨੇ ਕਰਨਾ ਹੈ, ਸਾਡੇ ਹੱਥ ਵੱਸ ਕੁਝ ਨਹੀਂ। ਸਾਡੇ ਹੱਥ ਵੱਸ ਕੀ ਸੀ? ਗੰਨੇ ਦਾ ਸੌਪ ਕਰਨਾ, ਉਹ ਨਾਲ ਦੀ ਨਾਲ 2 ਵਾਰੀ ਨਹੀਂ ਖਵਾਇਆ, 360 ਰੁਪਏ ਅਸੀਂ ਕਰਕੇ ਤੁਹਾਨੂੰ ਦੇਤਾ। ਸਾਡੇ ਹੱਥ ਵੱਸ ਕੀ ਸੀ? ਇਸ ਸੰਘਰਸ਼ ਵਿੱਚ 100 ਤੋਂ ਉੱਪਰ ਕਿਸਾਨ ਸ਼ਹੀਦ ਹੋਇਆ, ਉਹਨਾਂ ਦੇ ਬੱਚਿਆਂ ਨੂੰ ਅਸੀਂ ਨੌਕਰੀਆਂ, ਸਾਰੇ ਜਿੰਨੇ ਇਸ ਸੰਘਰਸ਼ ਵਿੱਚ ਸ਼ਹੀਦ ਹੋਏ ਆ ਕਿਸਾਨ, ਉਹ 101 ਬੱਚੇ ਹੈ, ਉਹਨਾਂ ਨੂੰ ਅਸੀਂ 10-15 ਦਿਨਾਂ 'ਚ ਸਾਰਿਆਂ ਨੂੰ ਨੌਕਰੀਆਂ ਦੇ ਰਹੇ ਹਾਂ, ਸਰਕਾਰੀ ਨੌਕਰੀਆਂ ਦੇ, ਜੋ ਸਾਡੇ ਹੱਥ ਵੱਸ। ਹੁਣ ਮੇਰੇ ਵੀਰ ਜਿਹੜੀਆਂ ਗੱਲਾਂ ਸਾਡੇ ਹੱਥ ਵੱਸ 'ਚ ਹੀ ਨਹੀਂ, ਮਤਲਬ ਹੁਣ ਤੁਹਾਨੂੰ ਵੀ ਪਤਾ ਅਸੀਂ ਵੀ ਤੁਹਾਡੇ ਨਾਲ ਲੜਾਈ ਲੜ ਰਹੇ ਹਾਂ, ਤੁਸੀਂ ਆਪਦੇ ਹਿਸਾਬ ਨਾਲ ਲੜ ਰਹੇ ਹੋ, ਅਸੀਂ ਵੀ ਲੜ ਰਹੇ ਹਾਂ। ਦੇਖੋ ਜਿਹੜੇ ਕਾਨੂੰਨ ਸੀਗੇ ਉਹ 'ਚ ਇਕੱਲੀ ਸੋਧ ਨਹੀਂ ਹੋਈ, ਤੁਸੀਂ ਮੇਰੀ ਗੱਲ ਸੁਣੋ, ਜਿੱਥੇ ਸੋਧ ਦੀ ਲੋੜ ਸੀ ਸੋਧ ਹੋਈ, ਜਿਹੜਾ ਰੱਦ ਕਰਨ ਵਾਲੀ ਲੋੜ ਸੀ ਉਹ ਰੱਦ ਕੀਤਾ ਗਿਆ ਅਸੈਂਬਲੀ 'ਚ। ਜੇ ਕਿਸੇ ਨੂੰ ਪ੍ਰੋਸੀਡਿੰਗ ਚਾਹੀਦੀ ਹੈ ਮੈਂ ਅਸੈਂਬਲੀ ਦੀ ਪ੍ਰੋਸੀਡਿੰਗ ਵੀ ਮੰਗਵਾ ਦੂੰਗਾ, ਤੁਸੀਂ ਉਹ 'ਚ ਪੜ੍ਹ ਲਓ ਅਖੀਰ 'ਚ ਆ ਕੇ। ਹਾਂ, ਉਹਦੇ 'ਚ ਜਿਹੜਾ ਰੱਦ ਕਰਨ ਵਾਲੀ ਰੱਦ ਕੀਤਾ, ਜਿਹੜਾ ਸੋਧ ਕਰਨਾ। ਹੁਣ ਮੇਰੇ ਭਰਾ, ਹੁਣ ਰੌਲਾ ਇਸ ਗੱਲ ਦਾ ਹੈ ਕਿ ਜਿਹੜੀ MSP ਹੈ, ਜਿਹੜੀ ਇਹ ਫਰਦਾਂ, ਜਿਹੜੀਆਂ ਸ਼ਰਤਾਂ ਹੈ, ਇਹ ਸਾਰੀਆਂ ਤਾਂ ਹੁਣ ਦੇਖੋ ਤੁਸੀਂ ਵੀ ਸਾਰੇ ਪੜ੍ਹੇ ਲਿਖੇ ਬੰਦੇ ਹੋ, ਸਾਡੇ ਵੱਸ ਨਹੀਂ। ਉਲਟਾ ਇਹਨਾਂ ਨੇ ਦੇਖੋ ਸਭ ਤੋਂ ਜ਼ਿਆਦਾ ਪੰਜਾਬ ਨੁਕਸਾਨ 'ਚ ਜਿਹੜਾ RDF ਫੰਡ ਹੈ, ਜਿਹੜਾ ਮੋਦੀ ਰੋਕੀ ਬੈਠਾ, ਜਿਹੜਾ ਆਪਣਾ RDF ਰੋਕੀ ਬੈਠਾ ਇਸ ਬਹਾਨੇ, ਉਹ RDF ਫੰਡ ਹੈ ਜਿਹੜਾ, ਉਹ RDF ਫੰਡ ਕਿਹਦੇ ਤੇ ਲੱਗਦਾ? ਉਹ ਸਾਰਾ ਕਿਸਾਨਾਂ ਤੇ ਲੱਗਦਾ। ਜਿਹੜੀਆਂ ਤੁਹਾਡੀਆਂ ਪਿੰਡਾਂ ਦੀਆਂ ਸੜਕਾਂ, ਜਿਹੜੀਆਂ ਤੁਹਾਡੀਆਂ ਪਿੰਡਾਂ ਦੀਆਂ ਪਾਈਪਲਾਈਨਾਂ, ਤੁਹਾਡੇ ਖਾਲੇ ਆ ਕਿਸਾਨਾਂ, ਮਤਲਬ ਕਿਸਾਨਾਂ ਦੀ ਮਦਦ ਵਾਸਤੇ ਲੱਗਦਾ। ਮੰਡੀਆਂ ਉਹ RDF ਫੰਡ 'ਚੋਂ ਅਸੀਂ ਤਿਆਰ ਕਰਦੇ ਹਾਂ, ਠੀਕ ਹੈ। ਉਹ ਸਾਰਾ ਤੁਹਾਨੂੰ ਪਤਾ, ਤੁਸੀਂ ਰੋਜ਼ ਆਪਾਂ ਉੱਥੇ ਬੋਲਦੇ ਹਾਂ, ਸੰਘਰਸ਼ ਕਰਦੇ ਹਾਂ ਕਿ ਆਪਣਾ ਮੋਦੀ ਰੋਕੀ ਬੈਠਾ। ਅਸੀਂ ਤਾਂ ਜਿੱਥੇ ਕਿਸਾਨੀ ਦੀ ਗੱਲ ਨਾਲ ਹੈ, ਪਰ ਐਜ਼ ਅ ਸਰਕਾਰ ਤਾਂ ਸਗੋਂ ਉਲਟਾ ਸਾਡੇ ਨਾਲ ਵੀ ਉਹਨਾਂ ਨੇ ਵਿਤਕਰਾ ਕੀਤਾ ਹੋਇਆ। ਸਾਰੇ ਸਾਡੇ ਫੰਡ ਰੋਕੇ ਹੋਏ ਆ, ਕਿਸਾਨਾਂ ਦੇ ਹੀ ਲੱਗਣੇ ਸੀ ਨਾ, ਉਹ ਪੈਸਾ ਪਿੰਡਾਂ 'ਚ ਹੀ ਲੱਗਣਾ, ਕਿਸਾਨਾਂ ਦੇ ਹੀ ਲੱਗਣਾ, ਗਰੀਬਾਂ ਦੇ ਹੀ ਲੱਗਣਾ। ਹੁਣ ਦੇਖੋ ਜਿਹੜੇ ਖੇਤ ਮਨਜ਼ੂਰ ਹੈ, ਹੁਣ ਉਹਨਾਂ ਦਾ 500 ਕਰੋੜ ਰੁਪਈਆ, ਠੀਕ ਹੈ, ਜਿਹੜਾ ਸੀਗਾ ਸੁਸਾਇਟੀਆਂ ਦਾ ਉਹ ਮਾਫ ਕੀਤਾ, ਉਹ ਕੱਲ ਪਰਸੋਂ ਤੋਂ ਹੁਣ ਦੇਣਾ ਹੀ ਹੈ। ਉਹ ਵੀ ਵਿਚਾਰੇ ਗਰੀਬ ਆਦਮੀ ਜਿਹੜੇ ਆਪਣੇ ਖੇਤਾਂ 'ਚ ਕੰਮ ਕਰਦੇ ਆ। ਹਾਂ, ਤੁਸੀਂ ਜਿਹੜੀ ਗੱਲ ਕਹੀ ਕਰਜ਼ੇ ਮਾਫੀ ਦੀ, ਦੇਖ ਮੇਰੇ ਵੀਰੋ ਮੇਰੀ ਗੱਲ ਸੁਣ ਲਓ, 100% ਗਿਆ, ਐਤਕੀ ਵੀ ਉਹਦੀ ਕਿਸ਼ਤ ਆ ਰਹੀ ਹੈ, ਐਤਕੀ ਬਜਟ ਪੜ੍ਹ ਲਓ, 7000 ਕਰੋੜ ਰੁਪਈਆ ਆਲਰੇਡੀ ਅਸੀਂ ਕਿਸਾਨਾਂ ਦਾ ਮਾਫ ਕਰ ਚੁੱਕੇ ਹਾਂ। ਕੋਈ ਸਰਕਾਰ ਹਿੰਦੁਸਤਾਨ 'ਚ ਇਹੋ ਜਿਹੀ ਨਹੀਂ ਜਿਹਨੇ ਅੱਜ ਤੱਕ ਕਿਸੇ ਸੂਬੇ ਦੀ ਸਰਕਾਰ ਨੇ 7000 ਕਰੋੜ ਕਿਸੇ ਕਿਸਾਨਾਂ ਦਾ ਮਾਫ ਕੀਤਾ ਹੋ, ਠੀਕ ਹੈ। ਸੈਂਟਰ ਕੋਲ ਤਾਂ ਬਹੁਤ ਪੈਸਾ ਹੈ। ਹੁਣ ਜਿਹੋ ਜਿਹਾ ਆਪਣਾ ਖਜ਼ਾਨਾ ਹੈ, ਜਿਹੋ ਜਿਹੇ ਆਪਣੇ ਸਾਧਨ ਹੈ, ਉਹਦੇ ਮੁਤਾਬਕ ਹੀ ਆਪਾਂ ਫਾਇਦਾ ਕਰ ਸਕਦੇ। ਅਸੀਂ ਕੀ ਸਿਸਟਮ ਬਣਾਇਆ? 7000 ਕਰੋੜ ਕਰ ਚੁੱਕੇ ਹਾਂ, ਕਿਸੇ ਦਾ ਲੱਖ ਰੁਪਈਆ ਹੋ ਗਿਆ, ਕਿਸੇ ਦਾ 50,000 ਹੋਰ ਗਿਆ, ਕਿਸੇ ਦਾ 1.5 ਲੱਖ ਹੋ ਗਿਆ, ਠੀਕ ਹੈ। ਉਹ ਤਾਂ ਚਲੋ ਜਿਵੇਂ ਸਿਸਟਮ ਹੈ, ਕਿਸੇ ਦਾ ਕੀਤਾ ਹੀ ਹੈ, ਅਸੀਂ ਕਿਸੇ ਦਾ ਨੁਕਸਾਨ ਤਾਂ ਨਹੀਂ ਨਾ ਕੀਤਾ, ਕਿਸੇ ਤੋਂ ਖੋਇਆ ਤਾਂ ਕੁਝ ਨਹੀਂ। ਜੇ ਕਿਸੇ ਕਿਸਾਨ ਦਾ ਵੀਰ ਦਾ ਫਾਇਦਾ ਹੋਇਆ, ਚਾਹੇ 20,000 ਦਾ ਹੋ ਗਿਆ, ਚਾਹੇ 50,000 ਦਾ ਹੋ ਗਿਆ, ਕੀਤਾ ਹੀ ਹੈ, ਖੋਇਆ ਤਾਂ ਕਿਸੇ ਨੇ। ਪਰ ਹੁਣ ਦੇਖੋ ਇਹ ਜਿਹੜੀ ਸਰਕਾਰ ਹੈ, ਬਜਟ ਹੈ, ਤੁਹਾਡਾ ਲੋਕਾਂ ਦਾ ਹੀ ਹੈ, ਪੰਜਾਬ ਦਾ। ਇਹਦੇ ਵਿੱਚ ਜਿੰਨੀ ਸ਼ਮਤਾ ਹੋਊਗੀ ਉਹੀ ਕਰਾਂਗੇ। ਹੁਣ ਐਤਕੀ ਅਸੀਂ ਰੱਖਿਆ ਸੀ ਕਿ RDF 'ਚੋਂ ਅਸੀਂ ਇਹ ਸਿਸਟਮ ਬਣਾਤਾ, 7000 ਕਰੋੜ ਕਰ ਚੁੱਕੇ ਹਾਂ। ਤੁਹਾਡੇ ਪਿੰਡ ਜਿਹੜੀ ਸੁਸਾਇਟੀ ਹੈ, ਹੁਣ ਮੈਨੂੰ ਅੱਜ ਪਤਾ ਨਹੀਂ ਕਿੰਨੇ ਇੱਥੇ ਕਿੰਨੀ ਮਾਫੀ ਆਈ ਹੈ ਤੁਹਾਡੇ ਪਿੰਡ?
ਉੱਥੇ 4 ਕਰੋੜ ਦੇ ਨੇੜੇ। ਹਾਂ ਹੁਣ ਦੇਖੋ ਤੁਹਾਡੇ ਦੀਪ ਸਿੰਘ ਵਾਲਾ ਸੁਸਾਇਟੀ ਹੈ, ਠੀਕ ਹੈ, 5 ਪਿੰਡਾਂ ਦੀ ਸੁਸਾਇਟੀ ਹੈ, ਇੱਥੇ 4 ਕਰੋੜ ਰੁਪਇਆ ਮਾਫੀ ਆਈ। ਹੁਣ ਚਲੋ ਐਗਜ਼ੈਕਟ ਫਿਗਰ ਮੈਂ ਤੁਹਾਨੂੰ ਹੁਣੇ ਲੈ ਦਿੰਦਾ। 4 ਕਰੋੜ ਕਿਸੇ 4 ਕਰੋੜ ਕਿਸੇ ਕਿਸਾਨ ਦੇ ਘਰੇ ਹੀ ਗਿਆ ਨਾ, ਕਿਸੇ ਜ਼ਿਮੀਂਦਾਰ ਭਰਾ ਨੂੰ ਫਾਇਦਾ ਹੋਇਆ, ਕਿਸੇ ਨੂੰ 50,000 ਦਾ ਹੋ ਗਿਆ, ਕਿਸੇ ਨੂੰ ਲੱਖ ਦਾ ਹੋ ਗਿਆ, ਕਿਸੇ ਨੂੰ 1.5 ਲੱਖ ਦਾ ਹੋ ਗਿਆ, ਕਿਸੇ ਭਰਾ ਨੂੰ ਹੀ ਫਾਇਦਾ ਹੋਇਆ। ਸੋ ਅਸੀਂ ਕੀ ਕੀਤਾ, ਹਰੇਕ ਸਾਲ ਬਜਟ 'ਚ ਰੱਖਤਾ ਕਿ ਹਰੇਕ ਸਾਲ ਆਰਡੀਐਫ ਵਿੱਚੋਂ ਕੋਈ ਸਿਸਟਮ ਤਾਂ ਬਣਾਉਣਾ ਪਊਣਾ, ਆਰਡੀਐਫ ਵਿੱਚੋਂ 1000 ਜਾਂ 1200 ਕਰੋੜ ਰੁਪਇਆ ਕੱਢ ਕੇ ਹਰੇਕ ਸਾਲ ਮਾਫੀਆਂ ਦੇਈ ਚੱਲਾਂਗੇ। ਐਤਕੀ ਵੀ ਰੱਖਿਆ ਹੋਇਆ, ਦੇਖ ਸਾਡਾ ਬਜਟ ਪੜ੍ਹ ਲਓ। ਹੁਣ ਜੇ ਆਰਡੀਐਫ ਮੋਦੀ ਦੇਊਗਾ ਨਾ, ਉਹਦੇ 'ਚ ਵੀ ਅਸੀਂ ਹੁਣ ਫਿਰ ਤੋਂ ਕੋਲੋਂ ਬਜਟ 'ਚੋਂ ਪਾਤੇ ਪੈਸੇ ਕਿ ਦੇਈ ਚੱਲੋ। ਹੁਣ ਖੇਤ ਮਜ਼ਦੂਰਾਂ ਦੇ ਵੀ ਆ ਗਿਆ 500 ਕਰੋੜ ਰੁਪਏ, ਉਹ ਵੀ ਬਜਟ ਦਿੱਤਾ ਕਿਉਂਕਿ ਉਹਨੇ ਆਰਡੀਐਫ ਨਹੀਂ ਦਿੱਤਾ। ਸੋ ਜੋ ਆਪਣੇ ਕੋਲ ਦੇਖੋ, ਕੋਈ ਇਕੱਲੀ ਸਰਕਾਰ ਇਹ ਪੰਜਾਬ ਦੀ ਹੈ, ਪੰਜਾਬ ਦੇ ਲੋਕਾਂ ਦੀ ਹੈ, ਜੋ ਹੈਗਾ ਭਾਂਡੇ 'ਚ ਉਹਦੇ 'ਚ ਹੀ ਰਹਿ ਦੇਵਾਂਗੇ। ਹੁਣ ਅਸੀਂ ਸੈਂਟਰ ਦੀ ਰੀਸ ਤਾਂ ਕਰ ਨਹੀਂ ਸਕਦੇ, ਉਹਨਾਂ ਕੋਲ ਤਾਂ ਬਹੁਤ ਫੰਡ ਹੈ। ਜੋ ਸਾਡੇ ਕੋਲ ਹੈਗਾ ਉਹਦੇ 'ਚੋਂ ਜੋ ਬਣਦਾ, ਕੱਲਾ ਪੰਜਾਬ ਸੂਬਾ ਹੈ ਜਿੱਥੇ 10,000 ਕਰੋੜ ਰੁਪਏ ਦੀ ਸਬਸਿਡੀ ਕਿਸਾਨਾਂ ਨੂੰ ਬਿਜਲੀ ਦੀ ਸਰਕਾਰ ਦਿੰਦੀ ਹੈ। ਪੰਜਾਬ ਸੂਬਾ ਇਕੱਲਾ 10,000 ਕਰੋੜ ਰੁਪਏ ਦੀ ਸਬਸਿਡੀ ਹਰੇਕ ਸਾਲ ਪੰਜਾਬ ਸਰਕਾਰ ਦਿੰਦੀ ਹੈ। ਸੋ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਕਿ ਜਿੱਥੋਂ ਤਾਈਂ ਪਰਸਨਲ ਗੱਲ ਹੈ, ਹਮੇਸ਼ਾ ਕਿਸਾਨਾਂ ਦਾ ਸੋਚਿਆ, ਕਿਸਾਨਾਂ ਦਾ ਕੀਤਾ, ਅੱਜ ਵੀ ਕਿਸਾਨਾਂ ਦਾ ਹੀ ਕਰਨਾ ਹੈ। ਕੋਈ ਮੈਂ ਆਪਦੀ ਸਿਆਸੀ ਕੰਮ ਨਹੀਂ ਆਇਆ, ਕੋਈ ਮੈਂ ਆਪਦਾ ਸਟੇਜ ਨਹੀਂ ਲਾਉਣ ਆਇਆ, ਕੋਈ ਮੈਂ ਆਪਦਾ ਲੈਕਚਰ ਨਹੀਂ ਦੇਣ ਆਇਆ ਕਿਤੇ, ਠੀਕ ਹੈ। ਸਿਰਫ ਸਿਆਸੀ ਮਤਲਬ ਕਿਸਾਨਾਂ ਵਾਸਤੇ ਆਏ ਆ, ਕਿਸਾਨਾਂ ਦੇ ਕੰਮ ਵਾਸਤੇ ਆਇਆ ਮੈਂ, ਹੋਰ ਕੋਈ ਕੰਮ ਨਹੀਂ ਮੈਨੂੰ ਅੱਜ, ਠੀਕ ਹੈ। 2-4 ਦਿਨਾਂ ਤੇ ਜੇ ਚੈੱਕ ਦੇਣੇ ਆ ਉਹ ਵੀ ਖੇਤ ਮਜ਼ਦੂਰਾਂ ਨੂੰ ਹੀ ਦੇਣੇ ਆ, ਠੀਕ ਹੈ ਉਹਦੇ। ਸੋ ਮੇਰਾ ਕੋਈ ਸਾਨੂੰ ਇਹ 'ਚ ਸਿਆਸੀ ਨਹੀਂਗਾ ਸਾਡਾ। ਤੇ ਜਿੱਥੋਂ ਦੀ ਲੜਾਈ ਦੀ ਗੱਲ ਆ ਮੇਰੇ ਵੀਰ, ਜੋ ਅਸੀਂ ਕਰ ਸਕੇ ਇਸ ਵਿੱਚ ਕੋਲੋਂ ਲੋਕਾਂ ਨੂੰ ਭਰਾ ਦੇਖੋ, ਅਸੀਂ ਜਿੰਨੇ ਸਾਡੇ ਇਲਾਕੇ ਦੇ ਸਰਪੰਚ ਆ, ਪੰਚ ਆ, ਜ਼ਿੰਮੇਵਾਰ ਸੱਜਣ ਹੈ, ਹਰੇਕ ਨੂੰ ਕਿਹਾ ਯਾਰ ਤਗੜੇ ਹੋ ਕੇ ਪਹੁੰਚੋ, ਤਗੜੇ ਹੋ ਕੇ ਪਹੁੰਚੋ, ਠੀਕ ਹੈ। ਜਿੱਥੇ ਕਿਸੇ ਕਿਸਮ ਦੀ ਮਦਦ ਦੀ ਲੋੜ ਹੋਈ ਹਰੇਕ ਨੂੰ ਕਿਹਾ ਯਾਰ ਜਾ ਕੇ ਕਰਕੇ ਆਓ, ਠੀਕ ਹੈ। ਸੋ ਅਸੀਂ ਤਾਂ ਆਪ ਮੈਂ ਤੁਹਾਡੇ ਨਾਲ ਹਾਂ ਇਸ ਗੱਲ 'ਚ, ਪਰ ਹੁਣ ਭਰਾ ਮੇਰੇ ਕਈ ਗੱਲਾਂ ਜਿਹੜੀਆਂ ਸਾਡੇ ਵੱਸੋਂ ਬਾਹਰ ਹੈ, ਪੰਜਾਬ ਸਰਕਾਰ ਦੇ ਵੱਸ 'ਚ ਹੀ ਨਹੀਂ, ਅਸੀਂ ਉਹਨਾਂ 'ਚ ਕੁਝ ਕਰ ਹੀ ਨਹੀਂ ਸਕਦੇ। ਉਹਨਾਂ ਬਾਰੇ ਹੁਣ ਮੈਂ ਕੀ ਜਵਾਬ ਦੇਵਾਂਗਾ। ਜਿਹੜੀ ਗੱਲ ਤੁਹਾਡੀ ਹੈਗੀ ਆ ਆਪਣੇ ਦੀ ਇਹਦੀ ਕਿਸਾਨੀ ਆਰੇ ਦੀ ਆਪਾਂ ਗੱਲ ਕਰਦੇ ਸੀਗੇ, ਗੰਨੇ ਵਾਲੀ, ਦੇਖੋ ਜੋ ਸਾਡੇ ਵਾਸੀ ਅਸੀਂ 2 ਦਿਨ ਨਹੀਂ ਲਾਏ, ਬੱਚਿਆਂ ਬਾਰੇ ਸਾਡੇ ਵਾਸੀ ਅਸੀਂ ਨਾਲ ਦੀ ਨਾਲ ਕਰਕੇ ਪਰਮ ਮਾਰੇ। ਜੋ ਸਾਡੇ ਵਾਸਾ ਦੱਸੋ, ਅਸੀਂ ਤੁਹਾਡੇ ਨਾਲ ਹਾਂ। 2-3 ਗੱਲਾਂ ਤੁਸੀਂ ਗੰਨੇ ਦੀ ਗੱਲ ਕੀਤੀ ਹੈ। ਫਰੀਦਕੋਟ ਸ਼ੂਗਰ ਮਿਲ ਬੰਦ ਹੋਈ, ਇਲੈਕਸ਼ਨ ਵੇਲੇ ਇੱਥੇ ਕੈਪਟਨ ਅਮਰਿੰਦਰ ਸਿੰਘ ਹੋਰੀ ਕਹਿ ਕੇ ਗਏ ਕਿ ਅਸੀਂ ਸ਼ੂਗਰ ਮਿਲ ਚਲਾਵਾਂਗੇ, ਪਰ ਹੋਇਆ ਕਿ ਸ਼ੂਗਰ ਮਿਲ ਚੱਲੀ ਨਹੀਂ, ਮਿਲ ਪੱਟੀ ਗਈ, ਉੱਥੋਂ ਮਸ਼ੀਨਰੀ ਪੱਟੀ ਗਈ। ਤੁਹਾਡੀ ਸਰਕਾਰ ਵੇਲੇ ਹੀ ਹੋਇਆ, ਤੁਹਾਡੀ ਐਮਐਲਏਸ਼ਿਪ ਦੇ ਦੌਰਾਨ ਮੈਂ ਦੂਸਰੀ ਜਿਹੜਾ ਤੁਸੀਂ ਕਿਹਾ ਵੀ ਕਿਸਾਨਾਂ ਦਾ ਕਰਜ਼ਾ ਹੀ 7,000 ਕਰੋੜ ਮਾਫ ਕੀਤਾ, 90,000 ਕਰੋੜ ਕਰਜ਼ਾ ਸੀ, ਅੱਜ 1 ਲੱਖ ਕਰੋੜ ਹੋ ਗਿਆ। ਜੇ ਇਹੀ ਪ੍ਰੋਸੈਸ ਚੱਲਦਾ ਰਿਹਾ ਤੇ ਇਹ ਕਰਜ਼ਾ ਮਾਫ ਕਰਨ ਤੇ 60 ਸਾਲ ਲੱਗਣਗੇ, ਤੇ 60 ਸਾਲਾਂ ਦੇ ਵਿੱਚ ਜਿਹੜੇ ਕਰਜ਼ੇ ਮਰੇ ਕਿਸਾਨ ਉਹ ਜ਼ਮੀਨਾਂ ਵੇਚਣ ਲਈ ਮਜਬੂਰ ਹੋਣਗੇ। ਜਦੋਂ ਉੱਥੇ ਕਿਹਾ ਸੀਗਾ ਸਹੁੰ ਖਾਧੀ ਕੈਪਟਨ ਸਾਹਿਬ ਨੇ, ਉਦੋਂ ਇਹ ਨਹੀਂ ਕਿਹਾ ਕਿ ਵੀ ਅਸੀਂ ਇੰਨਾ ਮਾਫ ਕਰਾਂਗੇ, ਪਹਿਲਾਂ ਜਿੰਨਾ ਮਾਫ ਕੀਤਾ ਉਸ ਤੋਂ ਬਾਅਦ ਤਾਂ ਕਰਜ਼ੇ ਦੇ ਜਿਹੜਾ ਵਿਆਜ ਚੜ ਚੁੱਕਾ ਹੈ। ਮੇਰੀ ਇੱਕ ਬੇਨਤੀ ਹੈ, ਜਿਹੜਾ ਕਰਜ਼ਾ ਮਾਫ ਹੋਣਾ ਨਾ, ਚਾਹੇ ਕੋਈ ਆ ਜੇ, ਚਾਹੇ ਸੰਯੁਕਤ ਕਿਸਾਨ ਮੋਰਚੇ ਨੂੰ ਵੀ ਬਾ ਦਈਏ ਕਿ ਲਓ ਤੁਸੀਂ ਕਰੋਗੇ ਤਾਂ ਸਿਸਟਮ 'ਚੋਂ ਹੀ ਨਾ। ਅਕਸਰ ਜਿੱਥੋਂ ਟੈਕਸ ਕਲੈਕਟ ਹੋਣਾ, ਜਿੱਥੋਂ ਪੈਸਾ ਆਉਣਾ, ਉੱਥੋਂ ਹੀ ਕਰੋਗੇ ਨਾ। ਮੇਰੀ ਇੱਕ ਧਿਆਨ ਨਾਲ ਗੱਲ ਸੁਣੋ। ਦੇਖੋ, ਜਦੋਂ ਆਪਾਂ ਕੋਈ ਗੱਲ ਕਹਿਣੀ ਹੁੰਦੀ ਹੈ, ਗੱਲ ਕਹਿਣੀ ਬੜੀ ਸੌਖੀ, ਜਦੋਂ ਗੱਲ ਸਿਰੇ ਲਾਉਣੀ ਹੁੰਦੀ ਉਦੋਂ ਦੇਖਣਾ ਹੁੰਦਾ ਇਹਨੂੰ ਗੱਲ ਨੂੰ ਸਿਰੇ ਕਿਵੇਂ ਲਾਉਣਾ। ਮੇਰੀ ਬੇਨਤੀ ਹੈ ਕਿ ਦੇਖੋ, ਸਕੀਮ ਬਣਾਉਣੀ ਹੈ ਸਰਕਾਰ ਨੇ, ਕਿਸੇ ਨੇ ਅੱਜ ਤੱਕ ਹਿੰਦੁਸਤਾਨ 'ਚ ਕਿਸੇ ਸੂਬੇ ਨੇ ਇੰਨੀਆਂ ਸਰਕਾਰਾਂ, ਕਿਸਾਨ ਹਰੇਕ ਸੂਬੇ 'ਚ, ਤੇ ਪੰਜਾਬ ਨਾਲੋਂ ਬਾਕੀ ਸੂਬੇ ਸਾਰੇ ਵੱਡੇ ਆ, ਠੀਕ ਹੈ। ਕਿਸੇ ਸੂਬੇ ਨੇ ਅੱਜ ਤੱਕ ਕਿਸਾਨਾਂ ਦਾ, ਸੂਬੇ ਦੀ ਸਰਕਾਰ ਨੇ ਕਰਜ਼ਾ ਨੂੰ, ਅਸੀਂ ਪਹਿਲ ਕਦਮੀ ਤਾਂ ਕੀਤੀ, ਅਸੀਂ ਸਕੀਮ ਤਾਂ ਲਿਆਂਦੀ, 7,000 ਕਰੋੜ ਕੀਤਾ ਤਾਂ ਹੈ। ਅੱਛਾ, ਫਿਰ ਇਹਨੂੰ ਐਨੂਅਲ ਸਕੀਮ ਤਾਂ ਬਣਾਤਾ, ਹਰੇਕ ਸਾਲ 1,500 ਕਰੋੜ ਰੁਪਈਆ ਰੱਖਤਾ ਕਿ ਜਾਣਾ ਹੀ ਜਾਣਾ ਕਿਸਾਨਾਂ ਨੂੰ। ਵਿਆਜ ਬਣੀ ਜਾਣੀ ਨਹੀਂ, ਦੇਖੋ ਰਜਿੰਦਰ ਜੀ, ਇੱਕ ਮੇਰੀ ਗੱਲ ਸਮਝੋ, ਅਕਸਰ ਸਿਸਟਮ ਚੱਲਣਾ। ਦੇਖੋ 10,000 ਕਰੋੜ ਸਾਲਾਨਾ ਸਬਸਿਡੀ ਹੈ ਆਪਣੇ ਦੀ ਕਿਸਾਨਾਂ ਦੀ, ਜਿਹੜੀ ਮੋਟਰਾਂ ਦੀ ਦਿੰਦੇ ਆ ਅਸੀਂ ਆਪਣੇ ਨੂੰ ਬਿਜਲੀ ਬੋਰਡ ਨੂੰ। ਜੇ ਬਾਈ ਜੀ ਆਪਾਂ ਬਿਜਲੀ ਮੁੱਲ ਮਿਲਣੀ ਹੈ, ਜੇ ਉਹ 10,000 ਕਰੋੜ ਹਰੇਕ ਸਾਲ ਸਰਕਾਰ ਨਾ ਦੇਊਗੀ ਤੇ ਸ਼ਾਮ ਨੂੰ ਸਾਰਾ ਕੁਝ ਬੰਦ ਹੋ ਜਾਊਗਾ, ਬਿਜਲੀ ਕਿੱਥੋਂ ਆਊਗੀ। ਜਿਹੜੀ ਚੀਜ਼ ਮੁੱਲ ਮਿਲਣੀ ਹੈ ਉਹਨੂੰ ਜੇ ਆਪਾਂ ਮੁਫਤ ਦੇਣਾ, ਉਹਨੂੰ ਕਿਸੇ ਪਾਸੇ ਤੋਂ ਆਪਾਂ ਨੂੰ ਉਹਨੂੰ ਖਾਤਾ ਭਰਨਾ ਪਊਗਾ।
10,000 ਕਰੋੜ ਰੁਪਈਆ ਸਰਕਾਰ ਹੀ ਦਿੰਦੀ ਹੈ ਨਾ, ਜਿਹੜੀ ਸਬਸਿਡੀ ਦਿੰਦੀ ਹੈ। ਜਿਹੜੀ ਗਰੀਬ ਭਰਾਵਾਂ ਦੀ 200 250 ਉਹ ਸਰਕਾਰ ਹੀ ਦਿੰਦੀ ਹੈ ਨਾ, 2500 ਕਰੋੜ ਰੁਪਈਆ। ਸੋ ਦੇਖੋ, ਮੈਂ ਨੋ ਡਾਊਟ ਕਿ ਵਰਕਰ, ਪਰ ਮੇਰਾ ਕਹਿਣ ਤੋਂ ਭਾਵ ਇਹ ਹੈ, ਮੈਂ ਉਹ ਗੱਲ ਕਰੂੰ ਜਿਹੜੀ ਜ਼ਿੰਮੇਵਾਰੀ ਵਾਲੀ ਹੋ ਸਕੂ। ਦੇਖੋ, ਕੰਮ ਉਹ ਹੋ ਸਕਦਾ ਜਿਹੜਾ ਆਪਾਂ ਸਹੀ ਤਰੀਕੇ ਨਾਲ ਕਰ ਸਕੀਏ। ਅਕਸਰ ਕੋਈ ਬਹਿ ਜੇ, ਕੋਈ ਸੱਜਣ ਆ ਜੇ, ਟੇਬਲ ਤੇ ਬਹਿ ਕੇ ਡਿਸਕਸ਼ਨ ਕਰ ਲੇ, ਜੋ ਤੁਹਾਡੇ ਕੋਲ ਹੈਗਾ ਉਹਦੇ 'ਚ ਹੀ ਕਰੋਗੇ ਨਾ। ਜੋ ਪੰਜਾਬ ਦਾ ਬਜਟ ਹੈ, ਜੋ ਪੰਜਾਬ ਦੇ ਟੈਕਸਸ ਹੈ, ਠੀਕ ਹੈ, ਜੋ ਪੰਜਾਬ ਦਾ ਬਜਟ ਹੈ, ਉਹਦੇ 'ਚ ਹੀ ਫਾਇਦਾ ਹੋ ਸਕਦਾ ਹੈ ਨਾ। ਆਲਰੇਡੀ ਮੈਂ ਤੁਹਾਨੂੰ ਦੱਸੀ ਹੈ ਨਾ, 10,000 ਕਰੋੜ ਰੁਪਈਆ ਜਾ ਰਿਹਾ, ਸਭ ਤੋਂ ਵੱਡੀ ਸਬਸਿਡੀ ਜਾ ਰਹੀ ਹੈ ਹਿੰਦੁਸਤਾਨ 'ਚ। ਐਡੀ ਵੱਡੀ ਸਬਸਿਡੀ ਕਿਤੇ ਨਹੀਂ ਜਾ ਰਹੀ ਕਿਸਾਨ ਵਾਸਤੇ। 10,000 ਕਰੋੜ ਹਰੇਕ ਸਾਲ ਜਾ ਰਹੀ ਹੈ ਬਿਜਲੀ ਵਾਸਤੇ, ਠੀਕ ਹੈ। 5-7,000 ਕਰੋੜ ਮਾਫ ਕਰਤਾ, 1,500 ਕਰੋੜ ਇਹ ਰੱਖਤਾ ਹਰੇਕ ਸਾਲ। ਸੋ ਮੇਰਾ ਕਹਿਣ ਤੋਂ ਭਾਵ ਇਹ ਹੈ, ਮੈਂ ਤੁਹਾਡੇ ਨਾਲ ਸਹਿਮਤ ਹਾਂ, ਪਰ ਯਾਰ ਕੋਈ ਦਿੱਲੀ ਵਾਲੀਆਂ ਸਰਕਾਰਾਂ ਵੀ ਮਦਦ ਕਰਨ। ਅਕਸਰ ਜਿਨ੍ਹਾਂ ਕੋਲ ਅਰਬਾਂ ਰੁਪਏ ਦੇ ਬਜਟ ਆ, ਕੋਈ ਕਰਦੇ ਨਹੀਂ। ਕੱਲੀ ਸੂਬਾ ਸਰਕਾਰ ਕੋਲ ਤਾਂ ਜੋ ਹੈਗਾ, ਜਿੰਨੀ ਚਾਦਰ ਉਹਨਾਂ ਹੀ ਪੈਰ ਵਸਾਰਿਆ ਜਾਊ, ਚਾਹੇ ਕੋਈ ਆ ਜੇ। ਸੂਬਾ ਦੇਖੋ, ਜਿਹੜੇ ਪ੍ਰਾਈਵੇਟ ਅਦਾਰੇ ਆ, ਤੁਸੀਂ ਵੀ ਹੁਣ ਟਰਾਂਸਪੋਰਟਰ ਹੋ, ਜਿਹੜੀ ਸਰਕਾਰੀ ਟਰਾਂਸਪੋਰਟ ਆ ਉਹ ਘਾਟੇ ਜਾ ਰਹੀ ਆ, ਪ੍ਰਾਈਵੇਟ ਟਰਾਂਸਪੋਰਟਰ ਵੱਧ ਰਹੇ ਆ, ਉਹਨਾਂ ਨੂੰ ਇਨਕਮ ਹੋ ਰਹੀ ਆ। ਜਦੋਂ ਸਰਕਾਰ ਨਿੱਜੀਕਰਨ ਦੀ ਨੀਤੀ ਦੇ ਤਹਿਤ ਮੁਨਾਫਾ ਹੀ ਪ੍ਰਾਈਵੇਟ ਅਦਾਰਿਆਂ ਨੂੰ ਦੇ ਰਹੀ, ਤੇ ਸਰਕਾਰ ਕੋਲੇ ਪੈਸਾ ਕਿੱਦੋਂ ਆਊਗਾ? ਨਿੱਜੀਕਰਨ ਦੀ ਨੀਤੀ ਖਤਮ ਕਰੋ, ਸਰਕਾਰ ਕੋਲੇ ਪੈਸਾ ਆਊਗਾ ਤਾਂ ਹੀ ਲੋਕਾਂ ਦੀ ਵੈਲਫੇਅਰ ਤੇ ਲੱਗੂਗਾ ਨਾ। ਮੇਰੀ ਇੱਕ ਬੇਨਤੀ ਹੈ, ਇਹ ਵੀ ਜਿਹੜਾ ਟਰਾਂਸਪੋਰਟ ਵਾਲਾ ਗੱਲ ਵੀ ਹੈ, ਕਿਸੇ ਦਿਨ ਆ ਜਿਓ ਤੇ ਮੈਂ ਜਿਹੜੀਆਂ ਸਾਰੀਆਂ ਟਰਾਂਸਪੋਰਟਾਂ ਉਹਨਾਂ ਦੇ ਕਾਗਜ਼ ਤੁਹਾਨੂੰ ਦਿਖਵਾ ਦੂੰਗਾ। ਆ ਜਾਓ ਕਿਸੇ ਦਿਨ, ਇਹ ਵੀ ਮੇਰੇ ਤੁਹਾਨੂੰ ਖੁੱਲਾ ਸੱਦਾ। ਮੇਰੀ ਇੱਕ ਬੇਨਤੀ ਹੈ, ਨਹੀਂ ਤੁਸੀਂ ਆ ਜਾਓ, ਤੁਹਾਨੂੰ ਦਿਖਾ ਦਿਆਂ। ਪੰਜਾਬ 'ਚ ਸਿਰਫ 2-5 ਟਰਾਂਸਪੋਰਟਾਂ ਨੂੰ ਛੱਡ ਕੇ, ਜਿਹੜੀਆਂ ਸਰਦਾਰ ਸੁਖਬੀਰ ਸਿੰਘ ਬਾਦਲ ਹੋਰਾਂ ਦੀਆਂ, ਬਾਕੀ ਹਰੇਕ ਟਰਾਂਸਪੋਰਟਰ ਘਾਟੇ 'ਚ। ਕਾਗਜ਼ ਬੋਲਦੇ ਆ, ਬੈਂਕਾਂ 'ਚ ਜਾ ਕੇ ਦੇਖ ਲਓ। ਜਿਹੜੀ ਮੈਂ ਗੱਲ ਕਹੂੰਗਾ, ਜਿੱਥੋਂ ਮਰਜ਼ੀ RTI ਤੋਂ ਕਢਾ ਲਓ, RTI ਦਫ਼ਤਰ 'ਚੋਂ ਕਢਾ ਲਓ। ਹਰੇਕ ਟਰਾਂਸਪੋਰਟਰ ਪੰਜਾਬ ਦਾ ਟਰਾਂਸਪੋਰਟ ਇੱਕ ਇਹੋ ਜਿਹਾ ਕਿੱਤਾ ਹੈ, ਜਿਹੜਾ ਦੂਜਾ ਕਿੱਤਾ ਹੈ ਜਿਹੜਾ ਜ਼ਿਮੀਂਦਾਰਾਂ ਦੇ ਮੁੰਡੇ ਕਰਦੇ ਆ। ਜਿੰਨੇ ਕੰਡਕਟਰ ਡਰਾਈਵਰ ਹੈ, ਉਹ ਮੈਕਸਿਮਮ ਪਿੰਡਾਂ ਦੇ ਮੁੰਡੇ, ਜ਼ਿਮੀਂਦਾਰਾਂ ਦੇ ਮੁੰਡੇ ਆ, ਠੀਕ ਹੈ। ਤੇ ਮੈਕਸਿਮਮ ਜਿਹੜੀਆਂ 90% ਟਰਾਂਸਪੋਰਟਾਂ, ਮੈਂ ਕਹਿੰਦਾ, ਦਾਅਵਾ ਕਰਦਾ, ਓਪਨਲੀ ਕਰਦਾ, ਘਾਟੇ 'ਚ ਸਿਰਫ 5-7 ਨੂੰ ਛੱਡ ਕੇ, ਠੀਕ ਹੈ। ਹਾਈ ਕੋਰਟ ਆਪਦੇ ਹਿਸਾਬ ਨਾਲ ਵੱਡੇ ਵਕੀਲ ਆਉਂਦੇ ਨੇ ਇਹਨਾਂ ਦੇ, ਉੱਥੇ ਕਦੀ ਕੋਈ ਸਟੇ ਲਵਾ ਦਿੰਦੇ ਨੇ, ਕਦੀ ਕੋਈ ਸਟੇ ਲਵਾ ਦਿੰਦੇ ਆ। ਅਸੀਂ ਉਦੋਂ ਦੀ ਪਾਲਿਸੀ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਹਨੂੰ ਸਟ੍ਰੀਮਲਾਈਨ ਕਰ ਦਿੱਤਾ ਜਾਵੇ। ਸੋ ਮੇਰਾ ਕਹਿਣ ਤੋਂ ਭਾਵ ਇਹ ਹੈ ਕਿ ਬਿਲਕੁਲ ਨਾਲ ਹੈ ਕਿਸਾਨਾਂ ਦੇ, ਸਾਡੀ ਨੀਅਤ ਕਲੀਅਰ ਹੈ, ਤੁਹਾਡੇ ਨਾਲ ਹੈ। ਕੋਈ ਸਾਨੂੰ ਐਡਾ ਇਲੈਕਸ਼ਨਾਂ ਦਾ ਚਾਅ ਵੀ ਨਹੀਂ, ਸੁਣ ਲਓ ਗੱਲ। ਪਰ ਯਾਰ ਹੁਣ ਜੇ ਕਿਸੇ ਜ਼ਿਮੀਂਦਾਰ ਦਾ ਕੋਈ ਫਾਇਦਾ ਕਰ ਸਕਦੇ ਆ, ਜੇ ਸਾਡੇ ਵਾਸਤੇ ਤਾਂ ਜ਼ਰੂਰ ਅਸੀਂ ਸਮਝਦੇ ਹਾਂ ਕਰਨਾ। ਜੋ ਕੀਤਾ, ਮੈਂ ਦੂਜੇ ਪਿੰਡਾਂ ਦੀ ਤਾਂ ਗੱਲ ਹੀ ਨਹੀਂ ਕਰਦਾ, ਮੈਂ ਇਕੱਲੇ ਤੁਹਾਡੇ ਪਿੰਡ ਦੀ ਗੱਲ ਕਰ। ਜੋ ਤੁਹਾਡੇ ਪਿੰਡ ਕੀਤਾ, ਦੇਖੋ ਕਰੀਬਨ 4 ਕਰੋੜ ਰੁਪਈਆ ਲੱਗ ਗਿਆ ਤੁਹਾਡੇ ਪਿੰਡ ਸਿਰਫ ਕਿਸਾਨਾਂ ਤੇ, ਕੱਲਾ ਇਰੀਗੇਸ਼ਨ ਤੇ, ਪਾਈਪਾਂ ਤੇ। 9 ਮੋਗੇ ਹੋ ਗਏ, 3 ਮੋਗੇ ਤੁਹਾਡੇ ਪਾਈਪਲਾਈਨ 'ਚ, 9 ਮੋਗੇ ਹੋ ਗਏ। ਕੱਲਾ ਦੀਪ ਸਿੰਘ ਵਾਲਾ ਪਿੰਡ ਆ ਜਿੱਥੇ 80% ਤੋਂ ਉੱਪਰ ਨੇੜੇ ਇਸ ਤੋਂ ਕਈ ਵੱਡੇ ਆ ਜੀ। ਕੱਲੇ ਮੋਗੇ ਨਾਲ ਜ਼ਿੰਦਗੀ ਨਹੀਂ ਨਾ ਗੁਜ਼ਰਦੀ ਕਿਸਾਨ ਦੀ। ਕਿਸਾਨ ਦੀ ਜ਼ਮੀਨ ਬਚੂਗੀ, ਤੇ ਤਾਂ ਹੀ ਮੋਗੇ ਕੰਮ ਕਰਨਗੇ ਨਾ। ਮੇਰੀ ਇੱਕ ਬੇਨਤੀ ਹੈ, ਗੱਲ ਤਾਂ ਮਦਦ ਹੀ ਹੈ ਨਾ, ਹੈ ਤਾਂ ਕਿਸਾਨ ਦੀ ਮਦਦ ਹੀ ਨਾ। ਮੇਰੀ ਗੱਲ ਸੁਣ ਲਓ, ਜੇ ਆਪਾਂ ਉਹਦਾ ਫਾਇਦਾ ਕਰਾਂਗੇ, ਉਹਦੀ ਇਨਕਮ ਵਧੂਗੀ ਤਾਂ ਹੀ ਉਹ ਗਾਂ ਵਧੂਗਾ। ਜੇ ਪਾਣੀ ਦੀ ਸ਼ਾਰਟੇਜ, ਰੋਜ਼ ਰੌਲਾ ਪੈ ਰਿਹਾ ਕਿ ਪਾਣੀ ਥੱਲੇ ਜਾ ਰਿਹਾ, ਜੇ ਪਾਈਪਲਾਈਨਾਂ ਪੈਣਗੀਆਂ, ਪਾਣੀ ਦਾ ਬਚਾਅ ਹੋਊਗਾ, ਕਿਸਾਨ ਦਾ ਹੀ ਫਾਇਦਾ, ਆਪਣੇ ਸੂਬੇ ਦਾ ਹੀ ਫਾਇਦਾ, ਪੰਜਾਬ ਸੂਬੇ ਦਾ ਹੀ ਫਾਇਦਾ। ਸੋ ਮੇਰਾ ਤੁਹਾਨੂੰ ਬੇਨਤੀ ਹੈ ਕਿ ਦੇਖੋ, ਮੈਂ ਕਹਿੰਦਾ ਤੁਹਾਨੂੰ ਕੋਈ ਇਹ ਨਹੀਂ, ਕੋਈ ਹਿਸਾਬ ਨਹੀਂ। ਅੱਜ ਆਪਾਂ ਚਲੋ ਗੱਲ ਕਰਨ ਲੱਗ ਪਿਆ, ਨਹੀਂ ਤਾਂ ਮੈਂ ਇਸ ਤੋਂ ਪਹਿਲਾਂ ਨਹੀਂ ਕਦੀ ਤੁਸੀਂ ਇੱਕ ਇੰਨਾ 4 ਕਰੋੜ ਦੇ ਨੇੜੇ ਤੇੜੇ ਕੱਲਾ ਤੁਹਾਡਾ ਇਸ ਕੰਮ ਤੇ ਲਾਤਾ ਕਿਸਾਨਾਂ ਦੇ। ਮੇਰਾ ਇੱਕ ਨੀਂਹ ਪੱਥਰ ਦਿਖਾ ਦਿਓ ਤੁਹਾਡੇ ਪਿੰਡ 'ਚ ਲੱਗਿਆ ਹੋਇਆ। ਮੈਂ ਕੰਮ ਕਰਦਾ, ਉਹ ਤਾਂ ਅੱਜ ਜਿਹੜਾ ਖਾਲਾ 250 ਕਿੱਲੇ ਤੁਹਾਡਾ, ਇੱਥੇ ਖਾਲੇ ਦੀ ਬੜੀ ਵੱਡੀ ਪ੍ਰੋਬਲਮ। ਉਹ ਘਰ ਵਾਲੇ, ਕਿਹੜੇ ਘਰ ਵਾਲੇ? ਹਾਂ, ਉਹ ਘਰ ਵਾਲਿਆਂ ਨੇ ਕਿਹਾ ਕਿ ਜ਼ਰੂਰ ਆਉਣਾ ਸਾਡਾ, ਅਸੀਂ ਬਹੁਤ ਔਖੇ ਹਾਂ, ਠੀਕ ਹੈ, ਝੋਨੇ ਤੋਂ ਮਗਰੋਂ ਸਾਡਾ ਹੱਲ ਕਰੋ। ਨਹੀਂ ਸਰ, ਤੇ ਮੈਂ ਤਾਂ ਉਹਨਾਂ ਕਰਕੇ ਗੱਲ ਸੁਣਨਾ, ਇਸ ਕਰਕੇ ਕੋਈ ਇਲੈਕਸ਼ਨ ਦਾ ਪ੍ਰੋਗਰਾਮ ਨਹੀਂ, ਕੋਈ ਸਪੀਚਾਂ ਨਹੀਂ, ਕੋਈ ਸਾਨੂੰ ਇਲੈਕਸ਼ਨਾਂ ਦਾ ਚਾਅ ਨਹੀਂ। ਮੇਰੀ ਇੱਕ ਗੱਲ ਸੁਣ ਲਓ, ਅਸੀਂ ਤੁਸੀਂ ਉਹਨਾਂ ਦੀ ਖਾਲੇ ਦੀ ਦਿੱਕਤ ਸੁਣੀ ਤੇ ਫੌਰੀ ਹੱਲ ਕਰਨ ਦੀ ਕੋਸ਼ਿਸ਼ ਕੀਤੀ। ਅਸੀਂ ਤਾਂ ਸਾਰੀ ਕਿਸਾਨੀ ਦੀ ਦਿੱਕਤ ਰੱਖ ਰਹੇ ਹਾਂ ਵੀ ਸਾਰੀ ਕਿਸਾਨੀ ਦਾ ਕਰਜ਼ਾ ਮਾਫ ਕਰੋ, ਸਾਰੀ ਕਿਸਾਨੀ ਦਾ ਮਸਲਾ। ਇੱਕ ਮੋਗੇ ਵਾਲਾ ਦਾ ਮਸਲਾ ਥੋੜਾ ਹੈਗਾ। ਰਜਿੰਦਰ ਜੀ, ਅੱਜ ਵੀ ਇਲਾਕੇ ਜਾਮ ਲੱਗੇ ਹੋਏ ਆ, ਮੇਰੀ ਇੱਕ 3-4 ਥਾਵਾਂ ਤੇ ਜਾਮ ਲੱਗੇ ਹੋਏ ਆ, ਨਹਿਰੀ ਪਾਣੀ ਨਹੀਂ ਮਿਲ ਰਿਹਾ ਕਿਸਾਨਾਂ ਨੂੰ। ਮੇਰੀ ਇੱਕ ਬੇਨਤੀ ਹੈ, ਨਹਿਰੀ ਪਾਣੀ ਕਿਉਂ ਬੰਦ ਹੈ? ਜਿੰਨਾ ਝੋਨੇ ਦਾ ਸੀਜ਼ਨ ਸੀ 2 ਮਹੀਨੇ,
ਇਸ ਹਲਕੇ 'ਚ ਕੱਸੀ ਨਹੀਂ ਬੰਦ ਹੋਈ ਤੇ ਜਿਹੜੇ ਕੱਸੀ ਬੰਦ ਹੋਈ ਜੀ, ਬੰਦ ਹੋਈ ਕੱਸੀ ਆਪ ਜਾ ਕੇ ਖੋਲੀ ਆ, ਆਪ ਜਾ ਕੇ ਖੋਲੀ ਆ। ਹੁਣ ਕਿਉਂ ਬੰਦ ਆ, ਰੋਟੇਸ਼ਨ ਕਿਉਂ ਚੱਲੀ ਹੈ? ਮੇਰੀ ਬੇਨਤੀ ਹੈ ਛੋਟੇ ਵੀਰ, ਜਿੰਦੀ ਸਰਕਾਰ ਹੋ ਉਹੀ ਬੰਦ ਕਰਾਊਗਾ। ਚਲੋ ਠੀਕ ਹੈ। ਹਾਂਜੀ, ਪਾਣੀ ਕਿਤੇ ਸਰਕਾਰ ਨੇ ਲੈ ਤਾਂ ਨਹੀਂ ਜਾਣਾ। ਜਿਹੜੇ ਅੱਜ ਅਬੋਹਰ ਫਾਜ਼ਿਲਕਾ ਦੇ ਕਿਸਾਨ ਆ ਉਹ ਵੀ ਆਪਣੇ ਭਰਾ ਹੈ। ਜੇ ਪਾਣੀ ਦੀ ਘਾਟ ਹੈ ਕੁਦਰਤ ਵੱਲੋਂ ਹੈ, ਕੋਈ ਕਿਸੇ ਦੇ ਵੱਸ ਵਾਲੀ ਗੱਲ ਤਾਂ ਨਹੀਂ, ਉਹ ਵੀ ਆਪਣੇ ਭਰਾ ਹੈ। ਅਕਸਰ ਉਹ ਵੀ ਕਿਸਾਨ ਹੈ, ਇਕੱਲੇ ਕਿਸਾਨ ਆਪਣੇ ਤਾਂ ਨਹੀਂ ਵਸਦੇ, ਉੱਥੇ ਵੀ ਵਸਦੇ ਆ। ਅਕਸਰ ਉਹਨਾਂ ਨੂੰ ਗਿਆ। ਸੋ ਮੇਰਾ ਕਹਿਣ ਤੋਂ ਭਾਵ ਹੈ ਜਿੱਥੇ ਆਪਦੇ ਭਰਾਵਾਂ ਦਾ ਹੀ ਕੰਮ ਹੈ ਆਪਾਂ ਨੂੰ ਵੱਡੀ ਸੋਚ ਰੱਖਣੀ ਚਾਹੀਦੀ ਹੈ। ਪਾਣੀ ਕਿਸੇ ਨੇ ਕਿਤੇ ਲੈ ਨਹੀਂ ਜਾਣਾ। ਇਹ ਕੋਸ਼ਿਸ਼ ਵੱਧ ਤੋਂ ਵੱਧ ਹਰੇਕ ਦੀ ਹੈ ਕਿ ਚਲੋ ਵੱਧ ਤੋਂ ਵੱਧ ਮਿਲੇ। ਸਾਡੀ ਕੋਸ਼ਿਸ਼ ਹੀ ਵੱਧ ਤੋਂ ਵੱਧ ਅਸੀਂ ਆਪਦੇ ਹਲਕੇ ਨੂੰ ਦਵਾਈਆਂ ਦਵਾਉਂਦੇ ਰਹੇ ਹਾਂ, ਪਰ ਅਲਟੀਮੇਟਲੀ ਕੋਈ ਸਿਸਟਮ ਚਲਾਉਣਾ ਪੈਣਾ। ਜੇ ਪਾਣੀ ਦੀ ਘਾਟ ਹੈ, ਜਿਹੜੇ ਅਗਲੇ ਫਾਜ਼ਿਲਕਾ ਹੈ, ਬੋਰ ਹੈ, ਉਤਲੇ ਪਿੰਡ ਹੈ, ਉੱਥੇ ਵੀ ਆਪਣੇ ਕਿਸਾਨ ਵੀ ਆ, ਉਹਨਾਂ ਦਾ ਵੀ ਝੋਨਾ ਬੀਜਿਆ, ਉਹਨਾਂ ਨੂੰ ਵੀ ਲੋੜ ਹੈ। ਠੀਕ ਹੈ, ਅਕਸਰ ਉੱਥੇ ਹੀ ਪਾਣੀ ਜਾ ਰਿਹਾ। ਪਾਣੀ ਕਿਹੜਾ ਕਿਤੇ ਭੱਜਿਆ ਜਾ ਰਿਹਾ, ਜਾਂ ਪਾਣੀ ਕਿਹੜਾ ਕਿਸੇ ਨੇ ਕੋਈ ਸਾਂਭ ਕੇ ਰੱਖ ਲਿਆ ਕਿ ਸੋ ਇਸ ਕਰਕੇ ਆਪਾਂ ਦੇਖੋ, ਆਪਾਂ ਇੱਕ ਜਿਹੜੀ ਸਮੁੱਚੀ ਕਿਸਾਨੀ ਦੇ ਫਾਇਦੇ ਦੀ ਗੱਲ ਆ ਉਹ ਕਰੀਏ। ਜਿੱਥੇ ਦੋ ਕਿਸਾਨਾਂ ਨੂੰ ਮਤਲਬ ਕੁਝ ਕਿਸਾਨਾਂ ਨੂੰ ਫਾਇਦਾ ਹੁੰਦਾ, ਕੋਈ ਦਾ ਨੁਕਸਾਨ ਹੁੰਦਾ, ਉਸ ਗੱਲ 'ਚ ਮੈਂ ਉਸ ਗੱਲ 'ਚ ਨਹੀਂ ਪੈਣਾ ਚਾਹੁੰਦਾ। ਮੈਂ ਸਮਝਦਾ ਕਿ ਸਮੁੱਚੀ ਅਸੀਂ ਤੁਹਾਡੇ ਵਾਸਤੇ ਹਾਜ਼ਰ ਹਾਂ। ਜੋ ਅਸੀਂ ਕਰ ਸਕਦੇ ਹਾਂ ਕਰੀ ਜਾ ਰਹੇ ਹਾਂ, ਤੇ 100% ਕਰਾਂਗੇ, ਡਟ ਕੇ ਕਰਾਂਗੇ। ਜੋ ਸਾਡੇ ਵਾਸਾ ਉਸ ਤੋਂ ਬਾਹਰ ਜਾ ਕੇ ਵੀ ਕਰਾਂਗੇ। ਠੀਕ ਹੈ, ਪਰ ਹੋਊਗਾ ਉਹੀ ਜੋ ਸਾਡੇ ਪ੍ਰਵਿਊ 'ਚ ਹੈ, ਜੋ ਸੈਂਟਰ ਦੇ ਪ੍ਰਵਿਊ 'ਚ ਅਸੀਂ ਥੋੜਾ ਕਰ ਸਕਦੇ। ਕੀ ਤੁਸੀਂ ਇਸ ਗੱਲ ਦੇ ਹਮਾਇਤੀ ਹੋ ਵੀ ਨਿੱਜੀਕਰਨ ਦੀ ਨੀਤੀ ਬੰਦ ਹੋਣੀ ਚਾਹੀਦੀ ਹੈ? ਜਿਹੜੇ ਪੰਜਾਬ 'ਚ ਕਾਰਪੋਰੇਟ ਅਬਾਨੀ ਅਡਾਨੀ ਜਿਹੜੇ ਨਿਗਾਹ ਰੱਖੀ ਬੈਠੇ ਪੰਜਾਬ ਦੇ ਕਿਸਾਨਾਂ ਜ਼ਮੀਨ ਤੇ, ਵੀ ਅਬਾਨੀ ਅਡਾਨੀ ਤੇ ਸਮੁੱਚੇ ਕਾਰਪੋਰੇਟ ਨੂੰ ਪੰਜਾਬ ਤੇ ਮੁਲਕ 'ਚੋਂ ਬਾਹਰ ਕੱਢਿਆ ਜਾਣਾ ਚਾਹੀਦਾ। ਤੁਸੀਂ ਗੱਲ ਸਹਿਮਤ ਇਸ ਗੱਲ ਨਾਲ? 100% ਸਹਿਮਤ ਹਾਂ, 100% ਸਹਿਮਤ ਹਾਂ। ਕਈ ਵਾਰੀ ਸਾਡੀ ਕਾਂਗਰਸ ਪਾਰਟੀ ਨੇ ਕਲੀਅਰ ਇਸ ਤੇ ਸਟੈਂਡ ਲਿਆ, ਪਾਰਲੀਮੈਂਟ 'ਚ ਵੀ ਲਿਆ, ਅਸੀਂ ਪੰਜਾਬ 'ਚ ਕਿਹਾ। ਅਸੀਂ ਤਾਂ ਇਸ ਗੱਲ ਦੇ ਉਲਟਾ ਅਸੀਂ ਤਾਂ ਤੁਹਾਡੇ ਨਾਲ ਲੜਾਈ ਲੜ ਰਹੇ ਇਸ ਗੱਲ ਤੇ। ਪਰ ਕਾਂਗਰਸ ਪਾਰਟੀ ਤਾਂ ਢਿੱਲੋਂ ਸਾਹਿਬ ਨਿੱਜੀਕਰਨ ਦੀ ਨੀਤੀ ਲੈ ਕੇ ਆਈ ਇਸ ਮੁਲਕ 'ਚ। ਡਾਕਟਰ ਮਨਮੋਹਨ ਸਿੰਘ ਹੋਰੀ ਲੈ ਕੇ ਆਏ। ਉਸ ਤੋਂ ਬਾਅਦ ਸਰਕਾਰੀ ਇਦਾਰੇ ਨਾਲ ਸਕੂਲ, ਕਾਲਜ, ਹਸਪਤਾਲ, ਰੇਲਵੇ, ਡਾਕਟਰ ਸਾਰੇ ਵੇਚੇ ਗਏ। ਇੱਕ ਮਹਿਕਮਾ ਵੇਚਿਆ ਗਿਆ। ਜਦੋਂ ਤੁਸੀਂ ਅਕਾਲੀ ਦਲ 'ਚ ਸੀ ਇਹੀ ਗੱਲਾਂ ਤੁਸੀਂ ਕਹਿੰਦੇ ਰਹੇ। ਹੁਣ ਮੇਰੀ ਗੱਲ ਸੁਣ, ਆਪਾਂ ਅੱਜ ਗੱਲ ਕਰੀਏ ਕਿਸਾਨੀ ਦੀ। ਦੇਖ ਮੇਰੀ ਗੱਲ ਸੁਣ, ਜਿਹੜੀਆਂ ਇਹ ਮੁੱਦੇ ਆ ਇਹਨਾਂ ਦੀਆਂ ਹੋਰ ਬੜੀਆਂ ਗੱਲਾਂ। ਦੇਖ ਤੂੰ ਮੇਰੀ ਗੱਲ ਸੁਣ, ਤੇਰੀ ਆਪਦੀ ਇਹਨਾਂ ਮੁੱਦਿਆਂ ਤੇ ਸੋਚ ਆ, ਮੇਰੀ ਆਪਦੀ ਹੋ ਸਕਦੀ। ਆਪਾਂ ਇਹਨਾਂ ਮੁੱਦਿਆਂ ਨੂੰ ਛੱਡ ਗਏ। ਦੇਖ ਆਪਾਂ ਭਰਾਵਾਂ, ਆਪਾਂ ਤੁਹਾਡੀ ਆਪਦੀ ਇਹਨਾਂ ਮੁੱਦਿਆਂ ਤੇ ਸੋਚ ਹੈ। ਠੀਕ ਹੈ, ਜਿਹੜੀ ਇਹ ਗੱਲਾਂ ਆਪਾਂ ਕਰਦੇ ਆ, ਮੇਰੀ ਆਪਦੀ ਸੋਚ ਹੋ ਸਕਦੀ। ਪਰ ਕੁਝ ਗੱਲਾਂ ਤੇ ਮੈਂ ਤੇਰੇ ਨਾਲ ਸਹਿਮਤ ਹਾਂ। ਦੇਖ ਮੈਂ ਤੇਰੀ ਗੱਲ, ਪਰ ਜਿਹੜੇ ਇਹ ਮੁੱਦੇ ਆ ਬੜੇ ਲੰਬੇ ਮੁੱਦੇ ਆ, ਇਹਨਾਂ ਬਾਰੇ ਗੱਲ ਆਪਾਂ ਜਿੰਨੀ ਮਰਜ਼ੀ ਕਰੀ ਚੱਲੀਏ। ਤੁਹਾਡੀ ਆਪਦੀ ਸੋਚ ਆ ਕਿ ਤੂੰ ਇੱਕ ਤੇਰਾ ਬੈਂਟ ਆਫ ਮਾਈਂਡ ਹੈ, ਮੇਰਾ ਆਪਦਾ ਇੱਕ ਬੈਂਟ ਆਫ ਮਾਈਂਡ ਹੈ। ਦੇਖ ਇਸ ਗੱਲ 'ਚ ਆਪਦੀ ਸੋਚ ਆ। ਪਰ ਮੇਰੇ ਵੀਰ, ਜਿੱਥੇ ਕਿਸਾਨੀ ਦੀ ਗੱਲ ਹੈ, ਤੁਹਾਡੇ ਨਾਲ 100% ਜੋ ਸਾਡੇ ਤੋਂ ਪੰਜਾਬ ਸਰਕਾਰ ਵਿੱਚ ਹੋ ਸਕੂਗਾ ਡਟ ਕੇ ਕਰਾਂਗੇ। ਜਿੱਥੇ ਤਾਈਂ ਕਰ ਸਕਾਂਗੇ ਡਟ ਕੇ ਕਰਾਂਗੇ। ਜੋ ਸਾਡੇ ਵੱਸ ਅਸੀਂ ਹਾਜ਼ਰ ਹਾਂ ਤੁਹਾਡੇ ਵਾਸਤੇ। ਐਮਐਲਏ ਸਾਹਿਬ ਇੱਕ ਸਵਾਲ ਮੈਨੂੰ ਢਿੱਲੋਂ ਸਾਹਿਬ, ਕੀ ਤੁਸੀਂ ਇਲੈਕਸ਼ਨ ਡੈਫਰ ਕਰਨ ਦੇ ਫੇਵਰ 'ਚੋਂ ਕਿ ਜਿੰਨਾ ਸਮਾਂ ਦਿੱਲੀ ਮੋਰਚਾ ਚੱਲਦਾ ਪੰਜਾਬ 'ਚ ਇਲੈਕਸ਼ਨ ਨਹੀਂ ਹੋਣੇ ਚਾਹੀਦੇ? ਦੇਖੋ ਮੇਰੀ ਇੱਕ ਬੇਨਤੀ ਹੈ, ਮੈਂ ਤੁਹਾਨੂੰ ਅੱਗੇ ਕਿਹਾ, ਨਾ ਤਾਂ ਮੈਂ ਆਪਦੀ ਜਾਤੀ ਗੱਲ ਕਰ ਰਿਹਾ, ਮੈਂ ਕਿਸੇ ਦੀ ਗੱਲ ਨਹੀਂ ਕਰਦਾ, ਕਿਉਂਕਿ ਨਹੀਂ ਭੰਡ ਨਾ ਮੈਨੂੰ ਕੋਈ ਇਲੈਕਸ਼ਨ ਦਾ ਐਡਾ ਚਾਅ। ਸੁਣ ਲਓ ਮੇਰੀ ਇੱਕ ਧਿਆਨ ਨਾਲ ਗੱਲ। ਠੀਕ ਹੈ, ਐਡਾ ਨਾ ਕੋਈ ਮੈਨੂੰ ਇਲੈਕਸ਼ਨ ਦਾ ਐਡਾ। ਮੈਂ ਬੜਾ ਕਲੀਅਰਲੀ ਕਹਿ ਰਿਹਾ ਕਿ ਕਿਸਾਨਾਂ ਦਾ ਜਿਹੜਾ ਮਸਲਾ ਹੈ, ਅਸੀਂ ਵੀ ਉਹਦੇ ਵਿੱਚ ਹਾਂ। ਕਿਸਾਨਾਂ ਦਾ ਮਸਲਾ ਕੋਈ ਇੱਕ ਬੰਦੇ ਦਾ ਨਹੀਂ, ਸਾਰਿਆਂ ਦਾ, ਸਾਰੇ ਪੰਜਾਬ ਦਾ ਮਸਲਾ। ਅਸੀਂ ਵੀ ਹਾਂ, ਤੁਹਾਡੇ ਨਾਲ ਹੈ, ਪ੍ਰਾਇੋਰਟੀ ਤੇ ਹਰੇਕ ਗੱਲ। ਪਰ ਮੇਰੀ ਇੱਕ ਬੇਨਤੀ ਹੈ, ਇਲੈਕਸ਼ਨ ਡੈਫਰ ਕਰਨੀ ਨਾ ਕਰਨੀ, ਇਹ ਨਾ ਤਾਂ ਮੇਰੇ ਵੱਸ ਹੈ। ਤੁਹਾਨੂੰ ਵੀ ਪਤਾ, ਤੁਸੀਂ ਸਿਆਣੇ ਬੰਦੇ ਹੋ ਕਿ ਕਿਹੋ ਜਿਹਾ ਇਸ਼ੂ ਹੈ। ਇਲੈਕਸ਼ਨ ਕਮਿਸ਼ਨ ਦਾ ਇਸ਼ੂ ਹੈ, ਬੇਸਿਕਲੀ ਸੈਂਟਰ ਸਰਕਾਰ ਨੇ ਅਨਾਉਂਸ ਕਰਾਉਣੀ ਹੈ, ਸਾਡੇ ਵੱਸ ਨਹੀਂ। ਪਰ ਸਾਨੂੰ ਕੋਈ ਡਾ ਚਾਹ ਨਹੀਂ ਕਿ ਇਲੈਕਸ਼ਨਾਂ ਜ਼ਰੂਰ, ਤੇ ਨਾ ਹੀ ਅਸੀਂ ਇਲੈਕਸ਼ਨਾਂ ਦੇ ਕੰਮ 'ਚ। ਪਰ ਢਿੱਲੋਂ ਸਾਹਿਬ, ਇਹ ਲੜਾਈ ਸਾਰੇ ਪੰਜਾਬ ਦੀ ਆ। ਤੁਸੀਂ ਵੀ ਪੰਜਾਬ ਨੂੰ ਬਿਲੋਂਗ ਕਰਦੇ ਆ। ਜੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਇਨੀਸ਼ੀਏਟਿਵ ਲੈਣ, ਘੱਟੋ ਘੱਟ ਉਹ ਸਟੈਂਡ ਤਾਂ ਲੈਣ ਨਾ। ਤੁਹਾਡੀ ਪਾਰਟੀ ਇਨੀਸ਼ੀਏਟਿਵ ਲਵੇ, ਕਵੇ ਇਲੈਕਸ਼ਨ ਕਮਿਸ਼ਨ ਨੂੰ ਕਿ ਪੰਜਾਬ ਦੇ ਵਿੱਚ ਲੋਕਾਂ ਦਾ ਧਿਆਨ ਡਿਵਰਟ ਹੁੰਦਾ, ਦਿੱਲੀ ਮੋਰਚਾ ਜਿੱਤਿਆ ਜਾਵੇ, ਉਸ ਤੋਂ ਬਾਅਦ ਹੋਣ ਇਲੈਕਸ਼ਨ। ਤੁਸੀਂ ਆਪਣੀਆਂ ਰੈਲੀਆਂ ਵੀ ਕਰੋ, ਲੋਕ ਤੁਹਾਡੀ ਵੀ ਗੱਲ ਸੁਣਨਗੇ, ਦੂਜਿਆਂ ਦੀ ਵੀ ਗੱਲ ਸੁਣਨਗੇ। ਕੋਈ ਨਹੀਂ, ਜ਼ਰੂਰ ਪਾਰਟੀ ਲੈਵਲ ਤੇ ਵੀ ਡਿਸਕਸ ਕਰਾਂਗੇ। ਤੇ ਹੁਣ ਮੇਰੀ ਇੱਕ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ, ਕਿਉਂਕਿ ਕਈ ਥਾਂ ਹੋਰ ਜਾਣਾ ਤੇ ਮੈਂ ਅੱਗੇ ਵੀ ਥੋੜਾ ਜਿਹਾ ਲੇਟ ਚੱਲ ਰਹੇ ਹਾਂ, ਤੇ ਹੁਣ ਮੈਂ ਇਸ ਗੱਲ ਦੀ ਮਾਫੀ ਮੰਗੂੰਗਾ। ਨਹੀਂ ਐਮਐਲਏ ਸਾਹਿਬ, ਇੱਕ ਕਿਸਾਨੀ ਨਾਲ ਜੁੜਿਆ ਸਵਾਲ, ਜਿਵੇਂ ਤੁਸੀਂ ਕਿਹਾ ਕਿਸਾਨੀ ਨਾਲ ਤੁਸੀਂ ਬੜੇ ਠਰਮੇ ਨਾਲ ਜਵਾਬ ਦਿੱਤੇ ਨੇ, ਬੜੇ ਠਰਮੇ ਨਾਲ ਤੁਸੀਂ ਦਲੀਲ ਨਾਲ, ਔਰ ਰਜਿੰਦਰ ਹੋਰਾਂ ਨੇ ਬੜੇ ਵਧੀਆ ਤਰੀਕੇ ਨਾਲ ਪੁੱਛਣ। ਇੱਕ ਲਾਸਟ ਗੱਲ ਤਾਂ ਸੁਣ ਲਾ। ਇਹ ਸਭ ਪੜਿਆ ਲਿਖਿਆ, ਸਭ ਸਮਝਦਾ ਹੈ ਇਹਨੇ। ਮੈਂ ਦੇਖੋ ਇਸ ਗੱਲ ਦਾ ਮੈਂ ਕਹਿੰਦਾ ਕਿ ਸਾਰੇ ਪਰਿਵਾਰ ਦਾ ਮੈਂ ਧੰਨਵਾਦ ਕਰਦਾ। ਇਹਨਾਂ ਨੇ ਬਹੁਤ
ਤਗੜੇ ਹੋ ਕੇ ਲੜਾਈ ਲੜੀ। ਦੇਖੋ ਮੇਰੀ ਗੱਲ ਸੁਣ, ਇਸ ਗੱਲ ਦਾ ਮੈਂ ਸਮਝਦਾ ਕਿ ਸਾਨੂੰ ਵੀ ਇਸ ਗੱਲ ਦਾ, ਪਰ ਗੱਲ ਸੁਣ ਲਓ ਕਿ ਜਿਹੜੇ ਗੱਲਾਂ ਸੀਗੀਆਂ ਉਹਨੇ ਕੋਈ ਗੱਲ ਛੱਡੀ ਨਹੀਂ, ਸਾਰੇ ਪੱਖ ਰੱਖ ਨਹੀਂ ਇਹ ਇੱਕ ਲਾਸਟ ਇਹ ਹੈ ਜੀ। ਕਾਕਾ ਮੈਂ ਦੇਖੋ ਇਹ ਗੱਲ ਦਾ ਜਵਾਬ ਦੇਣਾ ਹੈ, ਹੁਣ ਤੂੰ ਮੈਂ ਇੱਕ ਸਵਾਲ ਤੁਸੀਂ ਪੰਜਾਬ ਐਮਐਲਏ ਸਾਹਿਬ ਇੱਕ ਪੰਜਾਬ ਸਵਾਲ ਦੇ ਵਿੱਚ ਵੀ ਇਲੈਕਸ਼ਨ ਨੂੰ ਅੱਗੇ ਪਾਉਣ ਦੀ ਜਿੰਦਰ ਮੇਰੀ ਗੱਲ ਸੁਣ ਲਾ, ਜਿੱਥੋਂ ਤਾਈਂ ਮੇਰੀ ਜਾਤੀ ਗੱਲ ਹੈ, ਮੇਰੀ ਗੱਲ ਸੁਣ ਲਾ, ਕੋਈ ਮੇਰੇ ਮੈਂ ਤੈਨੂੰ ਦੱਸਦਾ, ਮੈਂ ਕੋਈ ਵੀ ਕਿਸੇ ਪਿੰਡ 'ਚ ਵੀ ਮੈਂ ਕਦੀ ਇਹੋ ਜਿਹਾ ਕੁਝ ਨਹੀਂ ਕਰਦਾ, ਨਾ ਕੋਈ ਮੈਨੂੰ ਪੋਲੀਟੀਕਲ ਰੈਲੀ ਦਾ ਸ਼ੌਕ ਹੈ, ਨਾ ਕੋਈ, ਠੀਕ ਹੈ। ਜਿੱਥੇ ਹੁਣ ਦੇਖੋ ਕਿਸੇ ਗਰੀਬ ਦੀ ਜਿਵੇਂ ਮਦਦ ਦੀ ਗੱਲ ਹੈ, ਜੇ ਮੈਂ ਕਰ ਸਕਦਾ ਮੈਂ ਜ਼ਰੂਰ ਕਰਦਾ, ਉਹ ਵੀ ਕੋਈ ਮੇਰੇ ਅੱਜ ਵੀ ਦੇਖੋ ਜਿੱਥੇ ਸਿਰਫ ਇਸ ਕੰਮ ਵਾਸਤੇ ਹੈ, ਮੈਂ ਉਹਨਾਂ ਨੂੰ ਕਿਹਾ, ਨਹੀਂ ਤਾਂ ਮੈਂ ਕਦੀ ਵੀ ਬਗੈਰ ਗੱਲੋਂ ਐ ਵੀ ਮੈਂ ਧੂ ਕਰਕੇ ਤੁਰੇ ਫਿਰੋ, ਮੈਂ ਕਦੀ ਨਹੀਂ ਤੁਰਿਆ ਫਿਰਦਾ, ਠੀਕ ਹੈ। ਸਿਰਫ ਜਿੱਥੇ ਕਿਸੇ ਯਾਰ ਜ਼ਿਮੀਂਦਾਰ ਦੀ ਕਿਸੇ ਗਰੀਬ ਦੇ ਫਾਇਦੇ ਦੀ ਗੱਲ ਹੈ, ਉਹ ਤੇ ਕੋਸ਼ਿਸ਼ ਕਰੀ, ਜੇ ਮੈਂ ਕਰ ਸਕਾਂ ਮੈਂ ਜ਼ਰੂਰ ਕਰਾਂ, ਜੇ ਮੇਰੇ ਵੱਸ ਹੈ। ਜੋ ਮੇਰੇ ਵੱਸ ਹੈ ਮੈਂ ਤੁਹਾਡੇ ਵਾਸਤੇ ਹਾਜ਼ਰ ਹਾਂ, ਜੋ ਪੰਜਾਬ ਸਰਕਾਰ ਦੇ ਵੱਸ ਅਸੀਂ ਤੁਹਾਡੇ ਵਾਸਤੇ ਹਾਜ਼ਰ ਹਾਂ, ਕਿਸੇ ਗੱਲੋਂ ਨਾ ਭੱਜੇ ਨਾ ਭੱਜਾਂ। ਤੁਸੀਂ ਫਿਰ ਇਲੈਕਸ਼ਨ ਨੂੰ ਅੱਗੇ ਪਾਉਣ ਦੀ ਕਰੋ ਗੱਲ, ਤੋਰੋ ਜੀ। ਮੈਨੂੰ ਬਣਾ ਪ੍ਰਧਾਨ ਮੰਤਰੀ, ਮੈਂ ਸਾਰੇ ਮਸਲੇ ਹੱਲ ਕਰਾਂ। ਐਮਐਲਏ ਸਾਹਿਬ ਚੈਨਲ ਨਿਰਭੈ ਸੱਚ ਨੂੰ YouTube ਤੇ ਸਬਸਕ੍ਰਾਈਬ ਕਰੋ, ਸ਼ੇਅਰ ਕਰੋ ਤੇ ਲਾਈਕ ਕਰੋ।